ਆਪਾਂ ਜਿਹੜੀਆਂ ਅਸ਼ਟਪਦੀਆਂ ਪਹਿਲੀ ਪਾਤਸ਼ਾਹੀ ਦੀਆਂ ਲੈ ਰਹੇ ਸੀਗੇ 8, ਉਹਨਾਂ ਦੇ ਵਿੱਚੋਂ ਆਪਾਂ ਨੇ 7 ਕਰ ਲਈਆਂ ਸੀ, ਇੱਕ ਰਹਿ ਗਈ ਸੀਗੀ ਲੜੀ ਦੀ, ਉਹ ਅੰਗ 1013, ਇਹ 14 ਤੱਕ ਜਾਂਦੀ ਅਸ਼ਟਪਦੀ। ਮਾਰੂ ਮਹੱਲਾ ਪਹਿਲਾ। ਮਾਤ ਪਿਤਾ ਸੰਜੋਗ ਉਪਾਏ, ਰਕਤ ਬਿੰਦ ਮਿਲ ਪਿੰਡ ਕਰੇ। ਅੰਤਰ ਗਰਭ ਉਰਦ ਲਿਵ ਲਾਗੀ, ਸੋ ਪ੍ਰਭ ਸਾਰੇ ਦਾਤ ਕਰੇ। ਮਾਤ ਪਿਤਾ ਸੰਜੋਗ ਉਪਾਏ। ਦੇਖੋ ਆਪਣੀ ਜਿਹੜੀ ਹੈਗੀ ਆ, ਆਪਾਂ ਦੁਨੀਆ 'ਚ ਕਿਵੇਂ ਆਉਨੇ ਆ, ਇਹਦੇ ਵਿੱਚ ਆਪਣਾ ਕੋਈ ਯੋਗਦਾਨ ਨਹੀਂ ਹੈਗਾ। ਮਾਂ ਪਿਓ ਦੇ ਸੰਜੋਗ ਦੇ ਨਾਲ, ਮਾਂ ਪਿਓ ਦੇ ਮਿਲਣ ਦੇ ਨਾਲ, ਕਹਿੰਦੇ ਮਾਲਕ ਪਰਮਾਤਮਾ ਜਿਹੜਾ ਹੈਗਾ ਆਤਮਾ, ਮਾਂ ਪਿਓ ਦੇ ਮਿਲਾਪ ਦੇ ਨਾਲ ਜਿਹੜਾ ਹੈਗਾ ਆਤਮਾ ਭੇਜਦਾ ਹੈ ਤੈਨੂੰ। ਇਸ ਤਰੀਕੇ ਦੇ ਨਾਲ ਆਪਾਂ ਨੂੰ ਮਾਲਕ ਭੇਜਦਾ ਹੈ, ਮਾਲਕ ਭੇਜ ਰਿਹਾ ਹੈ ਆਪਾਂ ਨੂੰ। ਰਕਤ ਬਿੰਦ ਮਿਲ ਪਿੰਡ ਕਰੇ, ਔਰ ਮਾਂ ਦਾ ਖੂਨ ਪਿਓ ਦਾ ਬੀਰਜ ਇਹ ਮਿਲ ਕੇ ਤੇ ਸਰੀਰ ਬਣਾ ਦਿੰਦਾ ਹੈ ਮਾਂ ਦੇ ਪੇਟ 'ਚ। ਇਸ ਤਰੀਕੇ ਦੇ ਨਾਲ ਸਰੀਰ ਵੀ ਮਾਲਕ ਨੇ ਬਣਾਇਆ ਔਰ ਆਤਮਾ ਵੀ ਮਾਲਕ ਨੇ ਭੇਜੀ, ਔਰ ਸਰੀਰ ਔਰ ਆਤਮਾ ਦਾ ਜਿਹੜਾ ਯੋਗ ਜਿਹੜਾ ਹੈਗਾ ਮਾਲਕ ਨੇ ਕਰ ਦਿੱਤਾ। ਆਪਾਂ ਨੂੰ ਸਮਾਂ ਦੇ ਦਿੱਤਾ ਮਾਲਕ ਪਰਮਾਤਮਾ ਨੇ। ਆਇਆ ਮਾਲਕ ਪਰਮਾਤਮਾ ਦੀ ਖੇਡ। ਇਹਦੇ ਵਿੱਚ ਆਪਣਾ ਕੋਈ ਆਪਸ਼ਨ ਨਹੀਂ, ਆਪਣਾ ਕੋਈ ਯੋਗਦਾਨ ਨਹੀਂ ਹੈਗਾ। ਮਾਤ ਪਿਤਾ ਸੰਜੋਗ ਉਪਾਏ, ਰਕਤ ਬਿੰਦ ਮਿਲ ਪਿੰਡ ਕਰੇ। ਅੰਤਰ ਗਰਭ ਉਰਦ ਲਿਵ ਲਾਗੀ, ਸੋ ਪ੍ਰਭ ਸਾਰੇ ਦਾਤ ਕਰੇ। ਔਰ ਮਾਂ ਦੇ ਪੇਟ ਦੇ ਵਿੱਚ ਜਿੱਥੇ ਕਿ ਨਾ ਕੋਈ ਹਾਰਟ ਬਣਿਆ ਹੈ, ਨਾ ਕੋਈ ਜਿਹੜਾ ਹੈਗਾ ਉੱਥੇ ਲੰਗਸ ਹੈਗੇ, ਨਾ ਕੁਛ, ਕੋਈ ਸਾਹ ਲੈਣ ਦਾ ਵੀ ਨਹੀਂ ਹੈਗਾ, ਤੇ ਉੱਥੇ ਵੀ ਮਾਲਕ ਪਰਮਾਤਮਾ ਜਿਹੜਾ ਹੈਗਾ ਸਾਰ ਦਿੰਦਾ ਹੈ ਔਰ ਦਾਤ ਕਰ ਦਿੰਦਾ ਹੈ। ਅੰਤਰ ਗਰਭ ਉਰਦ ਲਿਵ ਲਾਗੀ, ਸੋ ਪ੍ਰਭ ਸਾਰੇ ਦਾਤ ਕਰੇ। ਸਾਰਾ ਕੁਝ ਦੇ ਰਿਹਾ ਉੱਥੇ ਮਾਲਕ ਪਰਮਾਤਮਾ। ਔਰ ਦੇਖੋ ਉਲਟਾ ਲਟਕ ਰਿਹਾ, ਔਰ ਜਿਹੜਾ ਹੈਗਾ ਅਗਨੀ ਹੈ, ਗਰਭ ਅਗਨ ਹੈ, ਉਹ ਮਾਲਕ ਪਰਮਾਤਮਾ ਕੌਣ ਸਾਰ ਰਿਹਾ, ਕੌਣ ਕਰ ਰਿਹਾ ਹੈ, ਕੌਣ ਜਿਹੜਾ ਹੈਗਾ ਬਗੈਰ ਸਾਹ ਦੇ ਰੱਖ ਰਿਹਾ ਹੈ। ਸਾਹ ਤਾਂ ਮਾਂ ਲੈ ਰਹੀ ਹੈ। ਉਹ ਮਾਲਕ ਪਰਮਾਤਮਾ ਕਹਿੰਦੇ ਜਦ ਉੱਥੇ ਰੱਖ ਰਿਹਾ ਹੈ, ਇਸ ਜਗ੍ਹਾ ਦੇ ਉੱਤੇ ਮਾਲਕ ਰੱਖ ਰਿਹਾ ਹੈ, ਤੇ ਬਾਹਰ ਜਿਹੜਾ ਹੈਗਾ ਹੁਣ ਇੱਥੇ ਦੁਨੀਆ ਦੇ ਵਿੱਚ ਆ ਕੇ ਤੂੰ ਉਹਨੂੰ ਭੁੱਲ ਗਿਆ ਹੈ, ਇੱਥੇ ਉਹ ਨਹੀਂ ਰੱਖ ਰਿਹਾ ਤੈਨੂੰ। ਅਸੀਂ 1013 ਅੰਗ ਤੇ ਹੈਗੇ ਆ ਜੀ। ਅੰਗ 1013। ਮਾਰੂ ਮਹੱਲਾ ਪਹਿਲਾ। ਮਾਤ ਪਿਤਾ ਸੰਜੋਗ ਉਪਾਏ, ਰਕਤ ਬਿੰਦ ਮਿਲ ਪਿੰਡ ਕਰੇ। ਕਹਿੰਦੇ ਮਾਂ ਪਿਓ ਦਾ ਸੰਜੋਗ ਹੋਇਆ ਤੇ ਮਾਲਕ ਨੇ ਜਿਹੜਾ ਹੈਗਾ ਆਤਮਾ ਜਿਹੜੀ ਹੈਗੀ ਆ, ਇਹ ਰਕਤ ਔਰ ਬਿੰਦ ਜਿਹੜਾ ਹੈਗਾ ਇਹਨਾਂ ਦੇ ਵਿੱਚ ਤੇਰਾ ਸਰੀਰ ਜਿਹੜਾ ਹੈਗਾ ਬਣਾਇਆ ਇਹਨਾਂ ਦੇ ਨਾਲ। ਕਿਵੇਂ ਆਤਮਾ ਜਿਹੜੀ ਹੈਗੀ, ਕਿਵੇਂ ਆਉਂਦੀ ਆਤਮਾ, ਕਿਵੇਂ ਭੇਜਦਾ ਹੈ, ਉਹ ਮਾਲਕ ਪਰਮਾਤਮਾ ਦੀ ਮਿਹਰ ਹੈ। ਭਾਈ ਦੇਖੋ ਮਾਲਕ ਪਰਮਾਤਮਾ ਦੀ ਖੇਡ ਕੈਸੀ ਆਸ਼ਚਰਜਨਕ ਖੇਡ ਹੈਗੀ ਹੈ। ਆਤਮਾ ਕਿਸ ਤਰ੍ਹਾਂ ਆ ਜਾਂਦੀ ਹੈ ਔਰ ਕਿਸ ਤਰ੍ਹਾਂ ਸਰੀਰ ਬਣਦਾ ਹੈ ਮਾਂ ਦੇ ਪੇਟ ਦੇ ਵਿੱਚ। ਅੰਤਰ ਗਰਭ ਉਰਦ ਲਿਵ ਲਾਗੀ, ਸੋ ਪ੍ਰਭ ਸਾਰੇ ਦਾਤ ਕਰੇ। ਔਰ ਅੰਦਰ ਗਰਭ ਦੇ ਪੁੱਠਾ ਲਟਕ ਰਿਹਾ ਇਨਸਾਨ ਔਰ ਲਿਵ ਲੱਗੀ ਹੁੰਦੀ ਹੈ, ਔਰ ਮਾਲਕ ਜਿਹੜਾ ਹੈ ਸਾਰਾ ਕੁਛ ਸਾਰਾ ਮਾਲਕ ਜਿਹੜਾ ਸਾਰ ਰਿਹਾ ਹੈ।
ਔਰ ਦਾਤਾਂ ਦੇ ਰਿਹਾ, ਅੰਦਰ ਸਾਰਾ ਕੁਝ ਦੇ ਰਿਹਾ ਮਾਲਕ ਪਰਮਾਤਮਾ। ਸਰੀਰ ਬਣ ਰਿਹਾ ਹੈ, ਪੂਰਾ ਦਾ ਪੂਰਾ ਸੈਟਿਸਫਾਈਡ ਹੈ, ਜੀਓ। ਸੰਸਾਰ ਭੌਜਲ ਕਿਉਂ ਤਰਾ? ਹੁਣ ਦੱਸ ਤੂੰ, ਇਹ ਸੰਸਾਰ ਭੌਜਲ ਜਿਹੜਾ ਹੈਗਾ ਇਹ ਕਿਵੇਂ ਤਰਿਆ ਜਾ ਸਕਦਾ ਉਸ ਮਾਲਕ ਪਰਮਾਤਮਾ ਤੋਂ ਬਗੈਰ? ਉਹ ਮਾਲਕ ਪਰਮਾਤਮਾ ਜਿਹੜਾ ਕਿ ਮਾਂ ਦੇ ਪੇਟ ਦੇ ਵਿੱਚ ਤੇਰੀ ਰੱਖਿਆ ਕੀਤੀ, ਜਿਹਨੇ ਮਾਲਕ ਨੇ, ਔਰ ਤੈਨੂੰ ਸੋਹਣਾ ਸਰੀਰ ਦਿੱਤਾ ਤੇ ਸੰਸਾਰ ਦੇ ਵਿੱਚ ਭੇਜਤਾ ਭੌਜਲ ਦੇ ਵਿੱਚ, ਤੇ ਉਸ ਮਾਲਕ ਪਰਮਾਤਮਾ ਨੂੰ ਭੁਲਾ ਕੇ ਉਸ ਦੇ ਬਗੈਰ ਸੰਸਾਰ ਸਮੁੰਦਰ ਤੋਂ ਤੂੰ ਤਰ ਸਕਦਾ ਹੈ? ਸੰਸਾਰ ਭੌਜਲ ਕਿਉਂ ਤਰਾ ਹੈ? ਗੁਰਮੁਖੇ ਨਾਮ ਨਿਰੰਜਨ ਪਾਈਏ, ਅਫਰਿਓ ਭਾਰ ਅਫਾਰ ਟਰੈ ਰਹਾਓ। ਇੱਕੋ ਹੀ ਆਪਸ਼ਨ ਹੈ ਪਿਆਰਿਆ, ਇੱਕੋ ਹੀ ਆਪਸ਼ਨ ਹੈਗੀ। ਗੁਰੂ ਦੇ ਰਾਹੀਂ ਉਹ ਨਿਰੰਜਨ ਨਾਮ, ਉਹਦੇ ਨਾਲ ਗੇਮ ਇਹੀ ਹੈਗੀ ਆ। ਔਗੁਣ ਤੇ ਗੁਣ ਦੋਨੋਂ ਹੈਗੇ ਆਪਣੇ ਕੋਲ। ਗੁਣ ਪ੍ਰਗਟ ਕਰਨੇ ਆ ਤੇ ਔਗੁਣ ਜਿਹੜੇ ਹੈਗੇ ਆਪਾਂ ਨੇ ਔਗੁਣ ਜਾਣੇ ਆ। ਇਹ ਅੰਜਨ ਲਾਇਆ ਮਾਲਕ ਨੇ, ਦੁਨੀਆ ਦੇ ਵਿੱਚ ਭੇਜਿਆ ਹੈ। ਸਵਾਦ ਸਾਰਾ ਮਾਇਆ ਵਰਤਾਈ ਹੋਈ ਹੈ ਮਾਲਕ ਪਰਮਾਤਮਾ ਨੇ, ਇਹ ਅੰਜਨ ਪਾਇਆ ਹੋਇਆ ਹੈ ਔਰ ਜਨਮਾਂ ਦਾ ਆਪਣੇ ਭਾਰ ਚੜਿਆ ਹੋਇਆ। ਗੁਰਮੁਖੇ ਨਾਮ ਨਿਰੰਜਨ ਪਾਈਏ, ਆਫਰਿਓ ਭਾਰ, ਇੰਨਾ ਹਉਮੈ ਦਾ ਇੰਨਾ ਭਾਰ ਚੜਿਆ ਪਿਆ, ਇੰਨਾ ਜਿਵੇਂ ਕੋਈ ਅਫਾਰਾ ਚੜ ਜਾਂਦਾ ਕਿਸੇ ਨੂੰ। ਅਫਾਰ ਟਰੈ, ਇਹ ਵੀ ਟਰ ਜਾਂਦਾ ਹੈ ਭਾਈ, ਜੇ ਕਿਤੇ ਤੂੰ ਮਾਲਕ ਪਰਮਾਤਮਾ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਏ, ਗੁਰੂ ਦੇ ਰਾਹੀਂ ਉਹ ਕਾਰਵਾਈ ਕਰੇ ਜੋ ਗੁਰੂ ਕਹਿ ਰਹੇ ਆ। ਉਹ ਨਾਮ ਨਿਰੰਜਨ ਜਿਹੜਾ ਹੈਗਾ ਉਹਨੂੰ ਵਰਤਣਾ ਸ਼ੁਰੂ ਕਰਦਾ ਹੈ, ਤਾਂ ਜਿਹੜਾ ਹੈਗਾ ਇਹ ਸੰਸਾਰ ਸਮੁੰਦਰ ਦੇ ਵਿੱਚ ਆ ਕੇ ਜਿਹੜਾ ਹੈਗਾ ਇਹ ਤੇਰੀ ਮੈਲ ਉਤਰ ਸਕਦੀ ਹੈ, ਔਰ ਜਨਮਾਂ ਦਾ ਜਿਹੜਾ ਭਾਰ, ਇਹ ਤੇਰਾ ਸਾਰਾ ਦਾ ਸਾਰਾ ਜਿਹੜਾ ਹੈਗਾ ਲੇਖਾ ਜੋਖਾ ਖਤਮ ਹੋ ਸਕਦਾ ਹੈ। ਰਹਾਓ। ਤੇ ਗੁਣ ਵਿਸਰ ਗਏ ਅਪਰਾਧੀ, ਮੈਂ ਬੌਰਾ ਕਿਆ ਕਰੂੰ ਹਰੇ। ਕਹਿੰਦੇ ਮਾਲਕਾ ਮੈਂ ਤਾਂ ਬੌਰਾ ਹੈਗਾ, ਪਾਗਲ ਹੈਗਾ। ਤੂੰ ਮਾਂ ਦੇ ਪੇਟ 'ਚ ਇੰਨਾ ਰੱਖਿਆ ਕੀਤੀ, ਸਾਰਾ ਕੁਝ ਦਿੱਤਾ ਔਰ ਸਰੀਰ ਬਣਾਇਆ, ਬਾਹਰ ਭੇਜ ਰਿਹਾ, ਹੁਣ ਵੀ ਜਿਹੜਾ ਸਾਰਾ ਕੁਝ ਦੇ ਰਿਹਾ ਹੈ। ਮੇਰੇ ਕੋਲੋਂ ਤਾਂ ਸਾਰਾ ਤੇਰੇ ਗੁਣ ਹੀ ਵਿਸਾਰ ਦਿੱਤੇ ਮੈਂ। ਤੇ ਗੁਣ ਵਿਸਰ ਗਏ ਅਪਰਾਧੀ, ਮੈਂ ਤਾਂ ਅਪਰਾਧੀ ਹਾਂ ਮਾਲਕਾ, ਮੈਂ ਤਾਂ ਬੌਰਾ ਹੈਗਾ, ਮੈਂ ਕੀ ਕਰਾਂ। ਤੇ ਗੁਣ ਵਿਸਰ ਗਏ ਅਪਰਾਧੀ, ਮੈਂ ਬੌਰਾ ਕਿਆ ਕਰੂੰ ਹਰੇ। ਤੂੰ ਦਾਤਾ ਦਿਆਲ ਸਭੈ ਸਿਰ, ਐਨਿਸ ਦਾਤ ਸਮਾਰ ਕਰੇ। ਤੂੰ ਤਾਂ ਮਾਲਕਾ ਫਿਰ ਵੀ ਜਿਹੜਾ ਹੈਗਾ ਕੁਛ ਕਿਸੇ ਪਾਸਿਓਂ ਸੰਕੋਚ ਨਹੀਂ ਕਰਦਾ, ਫਿਰ ਵੀ ਦੇਈ ਜਾ ਰਿਹਾ ਹੈ। ਮੈਂ ਤਾਂ ਤੈਨੂੰ ਵਿਸਾਰ ਦਿੱਤਾ, ਤੇਰੇ ਗੁਣ ਵਿਸਾਰ ਦਿੱਤੇ, ਮੈਂ ਤਾਂ ਬੌਰਾ ਹੈਗਾ ਆ, ਤੂੰ ਤਾਂ ਫਿਰ ਵੀ ਜਿਹੜਾ ਹੈਗਾ ਸਾਰਾ ਕੁਛ ਦਿਆ ਲਿਆ, ਦੇਈ ਜਾ ਰਿਹਾ ਦਾਤਾਂ। ਮੇਰਾ ਸਾਰਾ ਰਾਤ ਦਿਨ ਦੇ ਰਿਹਾ ਔਰ ਮੇਰੀ ਸੰਭਾਲ ਵੀ ਕਰ ਰਿਹਾ ਹੈ। ਤੇ ਗੁਣ ਵਿਸਰ ਗਏ ਅਪਰਾਧੀ, ਮੈਂ ਬੌਰਾ ਕਿਆ ਕਰੂੰ ਹਰੇ। ਤੂੰ ਦਾਤਾ ਦਿਆਲ ਸਭੈ ਸਿਰ, ਐਨਿਸ ਦਾਤ ਸਮਾਰ ਕਰੇ। ਐਨਿਸ ਦਾਤਾਂ ਰਾਤ ਦਿਨ ਦੇ ਰਿਹਾ, ਸੰਭਾਲ ਵੀ ਕਰ ਰਿਹਾ ਹੈ ਮਾਲਕਾ। ਮੈਂ ਤਾਂ ਜਿਹੜਾ ਹੈਗਾ ਤੈਨੂੰ ਭੁਲਾ ਦਿੱਤਾ, ਤੈਨੂੰ ਆਪਣੇ ਜੀਵਨ ਚੋਂ ਪਾਸੇ ਕਰ ਦਿੱਤਾ ਮੈਂ, ਪਰ ਤੂੰ ਨਹੀਂ ਮੈਨੂੰ ਪਾਸੇ ਕੀਤਾ। ਤੂੰ ਦਾਤਾ ਦਿਆਲ ਸਭੈ ਸਿਰ, ਸਾਰਿਆਂ ਦੇ ਸਿਰ ਤੇ, ਐਨਿਸ ਦਾਤ ਸਮਾਰ ਕਰੇ। ਰਾਤ ਦਿਨ ਦੇ ਰਿਹਾ ਹੈ ਔਰ ਸੰਭਾਲ ਰਿਹਾ ਹੈ। ਦੇਖੋ ਮਾਲਕ, ਚਾਰ ਪਦਾਰਥ ਲੈ ਜਗ ਜਨਮਿਆ, ਸ਼ਿਵ ਸ਼ਕਤੀ ਕਰ ਵਾਸ ਧਰੇ। ਚਾਰੋਂ ਦੇ ਚਾਰੋਂ ਪਦਾਰਥ ਆਪਾਂ ਧਰਮ, ਅਰਥ, ਕਾਮ, ਮੋਖ, ਇਹਨਾਂ ਨੂੰ ਡਿਫਾਈਨ ਕਰੀਏ। ਧਰਮ ਜਿਹੜਾ ਹੈਗਾ ਇਹ ਚੰਗੇ ਗੁਣ ਲੈਣੇ, ਸੰਸਾਰ ਦੇ ਵਿੱਚ ਆਏ ਆ, ਧਰਮ ਦੇ ਉੱਤੇ ਚੱਲਾਂਗੇ, ਆਪਾਂ ਸਹੀ ਰਸਤੇ 'ਤੇ ਚੱਲਾਂਗੇ, ਜਿਸ ਕੰਮ ਵਾਸਤੇ ਆਏ ਉਹ ਕੰਮ ਕਰਾਂਗੇ, ਇਹਨੂੰ ਕਹਿੰਦੇ ਧਰਮ। ਅਰਥ ਕਹਿੰਦੇ ਆ ਜੋ ਪਦਾਰਥ ਜੋ ਚੋਗਾ ਪਿਆ ਹੈ, ਆ ਅਰਥ ਹੈ ਸਾਰੇ ਦੇ ਸਾਰੇ,
ਸਾਰਾ ਦਾ ਸਾਰੇ ਜਿਹੜੇ ਹੈਗੇ ਦੁਨੀਆ ਦੇ ਭੋਗ ਵਿਲਾਸ, ਮੈਟਰ, ਕਾਮ, ਇਕਨੋਮਿਕਸ ਵੀ ਕਹਿੰਦੇ ਵੀ। ਹਾਂਜੀ ਇਕਨੋਮਿਕਸ, ਹਾਂਜੀ ਹਾਂਜੀ। ਤੇ ਅੱਗੇ ਤੀਸਰਾ ਜਿਹੜਾ ਹੈਗਾ ਧਰਮ, ਅਰਥ, ਕਾਮ। ਕਾਮ ਜਿਹੜਾ ਹੈਗਾ ਇੱਛਾਵਾਂ, ਔਰ ਮੁਕਤ ਚੌਥਾ ਪਦਾਰਥ ਹੈ ਮੁਕਤ। ਇਹ ਚਾਰ ਪਦਾਰਥ ਲੈ ਕੇ ਆਏ ਹਾਂ ਆਪਾਂ ਮਨੁੱਖੀ ਜੂਨ ਦੇ ਵਿੱਚ। ਇਹਨਾਂ ਦੇ ਦੁਆਰਾ ਆਪਾਂ ਨੂੰ ਆ ਸਰੀਰ ਮਿਲਿਆ ਹੋਇਆ ਹੈ, ਸਰੀਰ, ਔਰ ਆ ਜਿਹੜਾ ਹੈਗਾ ਇਹ ਗੇਮ ਨੂੰ ਜਿੱਤ ਸਕਦੇ ਹਾਂ, ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਚਾਰ ਪਦਾਰਥ ਲੈ ਜਗ ਆਇਆ, ਲੈ ਜਗ ਜਨਮਿਆ। ਚਾਰ ਪਦਾਰਥ ਲੈ ਜਗ ਜਨਮਿਆ, ਸ਼ਿਵ ਸ਼ਕਤੀ ਕਰ ਵਾਸਤਰੇ। ਆਪਾਂ ਕੀ ਕਰਦੇ ਹਾਂ? ਆਪਾਂ ਕਹਿੰਦੇ ਸਾਨੂੰ ਅਰਥ ਚਾਹੀਦਾ ਹੈ ਭਾਈ। ਸ਼ਿਵ ਸ਼ਕਤੀ ਜਿਹੜੀ ਹੈ, ਮਾਇਆ ਜਿਹੜੀ ਹੈਗੀ ਆ, ਧੋਖਾ ਜਿਹੜਾ ਹੈਗਾ, ਕਹਿੰਦੇ ਉਹਦੇ ਘਰ ਦੇ ਵਿੱਚ ਵਾਸ ਕਰ ਲੈਂਦਾ, 24 ਘੰਟੇ ਉਹਦੇ ਘਰ ਦੇ ਵਿੱਚ ਹੀ ਰਹਿੰਦਾ। ਪਦਾਰਥ, ਚੋਗਾ, ਸਵਾਦ, ਸਾਰਾ ਬਸ ਉਹਦੇ 'ਚ ਵਾਸ ਕਰ ਲਿਆ। ਮੁਕਤੀ ਵਾਲੀ ਗੱਲ ਖਤਮ ਹੋ ਗਈ। ਔਰ ਜਿਹੜਾ ਹੈਗਾ ਜਿਹੜਾ ਧਰਮ ਜਿਹੜਾ ਹੈਗਾ, ਜਿਹੜਾ ਚੰਗੇ ਗੁਣ ਲੈਣੇ, ਆਪਣੀ ਔਗੁਣ ਦੂਰ ਕਰਨੇ, ਇਹ ਮੈਲ ਦੂਰ ਕਰਨੀ, ਇਹ ਸਾਰਾ ਭੁੱਲ ਗਿਆ। ਚਾਰ ਪਦਾਰਥ ਲੈ ਜਗ ਜਨਮਿਆ, ਸ਼ਿਵ ਸ਼ਕਤੀ ਕਰ ਵਾਸ ਧਰੇ। ਲਾਗੀ ਭੂਖ ਮਾਇਆ ਮਗ ਜੋ ਹੈ। ਮਾਇਆ ਦੀ ਇੰਨੀ ਜਿਹੜੀ ਅਰਥ ਦੀ ਜਿਹੜੀ ਇਹ ਪਦਾਰਥ ਮੈਟਰ ਦੀ ਇੰਨੀ ਭੁੱਖ ਲੱਗੀ ਰਹਿੰਦੀ ਆ, 24 ਘੰਟੇ ਮਾਇਆ ਦਾ ਰਸਤਾ ਹੀ ਤੇਰਾ ਦੇਖਦਾ ਰਹਿੰਦਾ ਹੈ। ਇੱਧਰੋਂ ਉੱਧਰੋਂ ਰਾਤ ਦਿਨ ਇਸੇ ਕੰਮ 'ਚ ਲੱਗਿਆ ਰਹਿੰਦਾ। ਐਸਾ ਮੋਹ ਹੈਗਾ ਇਹ ਪਦਾਰਥ ਦੇ ਨਾਲ, ਇਹ ਧੋਖੇ ਦੇ ਨਾਲ, ਇਹ ਜਿਹੜੀ ਸ਼ਿਵ ਸ਼ਕਤੀ ਦੇ ਨਾਲ। ਲਾਗੀ ਭੁੱਖ, ਇਹਦੀ ਭੁੱਖ ਇੰਨੀ ਲੱਗਦੀ ਹੈ। ਭੁੱਖ ਲਾਗੀ ਭੁੱਖ ਮਾਇਆ ਮਗ ਜੋ ਹੈ, ਇਹ ਮਾਇਆ ਦੀ ਭੁੱਖ। ਮਾਇਆ ਕਹਿੰਦੇ ਧੋਖਾ, ਟਰੈਪ, ਛਲ। ਮੁਕਤ ਪਦਾਰਥ ਮੋਹ ਖਰੇ। ਔਰ ਮੁਕਤੀ ਜਿਹੜੀ ਪਾਉਣੀ ਸੀਗੀ, ਮੁਕਤ ਪਦਾਰਥ ਜਿਹੜਾ ਸੀਗਾ, ਉਹਨੂੰ ਉਹ ਮੋਹ ਰਾਜਾ ਜੀ ਉਹਨੂੰ ਲੈ ਜਾਂਦੇ ਆ। ਮੁਕਤੀ ਪਦਾਰਥ ਨੂੰ ਮੋਹ ਨਾਲ ਲੈ ਜਾਂਦਾ ਆਪਣੇ। ਇਹ ਪਦਾਰਥਾਂ ਦਾ ਮੋਹ ਜਿਹੜਾ ਹੈਗਾ, ਉਹ ਮੁਕਤੀ ਨੂੰ ਲੈ ਜਾਂਦਾ ਹੈ ਆਪਣੇ ਨਾਲ। ਲਾਗੀ ਭੁੱਖ ਮਾਇਆ ਮਗ ਜੋ ਹੈ, ਮੁਕਤ ਪਦਾਰਥ ਮੋਹ ਖਰੇ। ਖੁੱਸ ਗਿਆ ਮੋਹ, ਮੁਕਤ ਪਦਾਰਥ ਗਿਆ। ਕੋਈ ਪਰਪਸ ਹੀ ਨਹੀਂ ਰਿਹਾ ਜਰਨੀ ਦਾ, ਕੋਈ ਪਰਪਸ ਹੀ ਨਹੀਂ ਰਿਹਾ ਮਨੁੱਖ ਜੂਨ ਪਾਉਣ ਦਾ। ਆ ਦੇਖੋ ਇੱਕ ਵਾਰੀ ਹੋਰ ਲਈਏ ਇਸ ਨੂੰ। ਚਾਰ ਪਦਾਰਥ ਲੈ ਜਗ ਜਨਮਿਆ, ਸ਼ਿਵ ਸ਼ਕਤੀ ਕਰੇ ਵਾਸ ਧਰੇ। ਲਾਗੀ ਭੂਖ ਮਾਇਆ ਮਗ ਜੋ ਹੈ, ਮੁਕਤ ਪਦਾਰਥ ਮੋਹ ਖਰੇ। ਹਟਦਾ ਹੀ ਨਹੀਂ ਹੈ। ਕਰਨ ਪਲਾਹ ਕਰੇ ਨਹੀਂ ਭਾਵੈ। ਔਰ ਮਾਇਆ ਜਿਹੜੀ ਹੈਗੀ, ਇੰਨੀ ਭੁੱਖ ਲੱਗੀ ਆ, ਇੰਨਾ ਮਾਇਆ ਦਾ ਰਸਤਾ ਦੇਖਦਾ ਆ, ਔਰ ਇੰਨੇ ਤਰਲੋ ਮੱਛੀ ਹੁੰਦਾ ਇਨਸਾਨ, ਔਰ ਉਹ ਮਾਇਆ ਜਿਹੜੀ ਹੈਗੀ ਉਹ ਫਿਰ ਧੋਖਾ ਦੇ ਜਾਂਦੀ। ਕਰਨ ਭਲਾ ਕਰੇ ਨਹੀਂ ਭਾਵੈ। ਔਰ ਫਿਰ ਵੀ ਇਹਦੀਆਂ ਇੱਛਾਵਾਂ ਹੀ ਨਹੀਂ ਪੂਰੀਆਂ ਹੁੰਦੀਆਂ। ਜਦ ਤੱਕ ਮਾਇਆ ਨੂੰ ਭੋਗਦਾ ਹੈ, ਇਹ ਕਦੀ ਵੀ ਜਿਹੜਾ ਹੈਗਾ ਸੈਟਿਸਫੈਕਸ਼ਨ ਹੁੰਦਾ ਹੀ ਨਹੀਂ, ਇਹਦੇ ਤਸੱਲੀ ਹੁੰਦੀ ਨਹੀਂ। ਕਰਨ ਭਲਾ ਕਰੇ ਨਹੀਂ ਭਾਵੈ, ਇਹਦੀ ਪੂਰਤੀ ਹੁੰਦੀ ਹੀ ਨਹੀਂ ਹੈ। ਇਤ ਉਤ ਢੂੰਡਤ ਥਾਕ ਪਰੇ। ਇੱਧਰ ਉੱਧਰ 24 ਘੰਟੇ ਮਾਇਆ ਨੂੰ ਢੂੰਡਦਾ ਲੱਭਦਾ, ਥੱਕ ਜਾਂਦਾ ਹੈ। ਇਹਦੀ ਜਿਹੜੀ ਹੈ ਡਿਮਾਂਡ ਪੂਰੀਆਂ ਨਹੀਂ ਹੁੰਦੀਆਂ। ਫਿਰ ਕਾਮ ਕ੍ਰੋਧ ਅਹੰਕਾਰ ਵਿਆਪੇ, ਕੂੜ ਕੁਟੰਬ ਸਿਉ ਪ੍ਰੀਤ ਕਰੇ। ਕਾਮ ਕ੍ਰੋਧ, ਇਹ ਲੋਭ ਮੋਹ ਅਹੰਕਾਰ, ਇਹਨਾਂ ਦੇ ਵਿੱਚ ਹੀ ਪੂਰਾ ਜਿਹੜਾ ਹੈਗਾ ਗਲਤਾਨ ਰਹਿੰਦਾ ਹੈ। ਔਰ ਜਿਹੜਾ ਆਪਣਾ ਕੂੜਾ ਝੂਠਾ ਟੱਬਰ ਹੈਗਾ, ਉਹਦੇ ਨਾਲ ਪਿਆਰ ਹੈਗਾ ਭਾਈ, ਘਰ ਗ੍ਰਸਤੀ ਦੇ ਨਾਲ ਪਿਆਰ ਹੈਗਾ। ਪੰਜਵਾਂ ਬੰਦ ਆ ਗਿਆ। ਖਾਵੈ ਭੋਗੈ ਸੁਣ ਸੁਣ ਦੇਖੈ, ਪਹਿਰ ਦਿਖਾਵੈ ਕਾਲ ਕਰੇ। ਬਿਲਕੁਲ ਚਿੱਤਰਨ ਆਪਣਾ ਕੀਤਾ ਹੋਇਆ, ਜੋ ਆਪਾਂ ਕਰ ਰਹੇ ਹਾਂ, ਦੇਖੋ ਬਿਲਕੁਲ ਤਸੱਲੀ ਹੋ ਜਾਏਗੀ।
ਖਾਵੈ ਭੋਗੈ, ਕਹਿੰਦੇ ਖਾਂਦਾ ਹੈ, ਭੋਗਦਾ ਹੈ ਪਦਾਰਥ ਦੁਨੀਆ ਦੇ ਸਵਾਦ। ਸੁਣ ਸੁਣ ਦੇਖੈ, ਸੁਣਦਾ ਵੀ ਹੈਗਾ ਸਾਰੇ ਜਿਹੜੀ ਹੈਗੀਆਂ ਮਾਇਆ ਦੀਆਂ ਗੱਲਾਂ 24 ਘੰਟੇ ਆਹੀ ਸੁਣਦਾ ਹੈ, ਦੇਖਦਾ ਵੀ ਇਹੀ ਕੁਛ ਹੈ। ਤਰ੍ਹਾਂ ਤਰ੍ਹਾਂ ਦੀ ਜਿਹੜੀ ਰੰਗ ਬਿਰੰਗੀ ਚਮਤਕਾਰੀ ਦੁਨੀਆ ਚੋਗਾ। ਪਹਿਰ ਦਿਖਾਵੇ ਕਾਲ ਕਰੇ, ਔਰ ਆਪ ਵਧੀਆ ਤੋਂ ਵਧੀਆ ਕੱਪੜੇ ਵੀ ਪਾਉਂਦਾ ਹੈ, ਦਿਖਾਉਂਦਾ ਹੈ, ਦਿਖਾਵਾ ਕਰਦਾ ਹੈ, ਲੋਕ ਦਿਖਾਵਾ ਕਰਦਾ ਹੈ। ਔਰ ਕਾਲ ਦੇ ਘਰ ਦੇ ਵਿੱਚ ਆ ਪਾਏ, ਕਾਲ ਦੇ ਘਰ ਦੇ ਵਿੱਚ ਆ, ਬਸ ਸ਼ਿਵ ਸ਼ਕਤੀ ਦੇ ਵਿੱਚ ਵਾਸ ਹੈਗਾ, ਕਾਲ ਦੇ ਘਰ ਦੇ ਵਿੱਚ ਵਾਸ ਆ। ਇਸ ਤਰ੍ਹਾਂ ਜਿਹੜਾ ਹੈਗਾ ਮਾਇਆ ਆਪਾਂ ਨੂੰ ਜਿਹੜਾ ਹੈਗਾ ਛਲ ਦੇ ਨਾਲ ਲੁੱਟ ਲੈਂਦੀ ਹੈ। ਬਿਨ ਗੁਰ ਸ਼ਬਦ ਨਾ ਆਪ ਪਛਾਣੈ, ਬਿਨ ਹਰ ਨਾਮ ਨਾ ਕਾਲ ਟਰੇ। ਆ ਦੇਖੋ, ਆ ਗੁਰੂ ਦਾ ਸ਼ਬਦ ਹੈਗਾ, ਇਹਦੇ ਨਾਲ ਸਾਨੂੰ ਗਿਆਨ ਹੋ ਰਿਹਾ ਹੈ ਬਈ ਸਮਾਂ ਤਾਂ ਇਸ ਤਰੀਕੇ ਦੇ ਨਾਲ ਜਾ ਰਿਹਾ ਪਾਏ। ਆਪਣੇ ਆਪ ਨੂੰ ਪਛਾਣਦੇ ਨਹੀਂ, ਮੈਂ ਤਾਂ ਸਰੀਰ ਹੈ ਹੀ ਨਹੀਂ, ਮੈਂ ਤਾਂ ਥੋੜਾ ਸਮਾਂ ਹੈਗਾ, ਔਰ ਪਤਾ ਨਹੀਂ ਕਿੰਨਾ ਕੁ ਚਲਾ ਗਿਆ, ਕਿੰਨਾ ਕੁ ਰਹਿ ਗਿਆ। ਬਿਨ ਗੁਰ ਸ਼ਬਦ ਨਾ ਆਪ ਪਛਾਣੇ, ਇਨਸਾਨ ਪਛਾਣਦਾ ਹੀ ਨਹੀਂ ਆਪਣੇ ਆਪ ਨੂੰ। ਆ ਗੁਰੂ ਦੇ ਸ਼ਬਦ ਹੈ, ਆਪਾਂ ਦੇਖੋ ਕਿਵੇਂ ਰੋਂਗਟੇ ਖੜੇ ਹੋ ਰਹੇ ਆਪਣੇ। ਬਿਨ ਗੁਰ ਸ਼ਬਦ ਨਾ ਆਪ ਪਛਾਣੇ, ਬਿਨ ਹਰ ਨਾਮ ਨਾ ਕਾਲ ਟਰੇ। ਜੇ ਪਛਾਣ ਲਿਆ ਤੇ ਜਦ ਤੱਕ ਤੂੰ ਉਸ ਕੰਮ ਨੂੰ ਨਹੀਂ ਕਰਦਾ, ਜਦ ਤੱਕ ਤੂੰ ਜਿਹੜਾ ਹੈਗਾ ਜੋ ਕਾਰਵਾਈ ਗੁਰੂ ਕਰਨ ਨੂੰ ਕਹਿ ਰਿਹਾ ਹੈ, ਜੋ ਸ਼ਬਦ ਕਰਨ ਨੂੰ ਕਹਿ ਰਿਹਾ ਨਹੀਂ ਕਰਦਾ, ਤੇ ਕਾਲ ਨਹੀਂ ਟਰੇਗਾ ਪਿਆਰਿਆ। ਇਹਨੇ ਖਾ ਜਾਣਾ ਤੈਨੂੰ। ਗਿਆਨ ਲੈ ਲਿਆ ਤਾਂ ਵੀ ਖਾ ਜਾਣਾ ਇਹਨੇ ਤੈਨੂੰ, ਗਿਆਨ ਲੈ ਲਿਆ ਤਾਂ ਵੀ ਖਾ ਜਾਣਾ ਇਹਨੇ। ਬਿਨ ਗੁਰ ਸ਼ਬਦ ਨਾ ਆਪ ਪਛਾਣੈ, ਬਿਨ ਹਰ ਨਾਮ ਨਾ ਕਾਲ ਟਰੇ। ਨਹੀਂ ਤਾਂ ਇੱਥੇ ਲਿਖ ਦਿੰਦੇ ਬਿਨ ਗੁਰ ਗਿਆਨ ਨਾ ਕਾਲ ਟਰੇ, ਐਵੇਂ ਵੀ ਹੋ ਸਕਦਾ ਸੀ। ਬਿਨ ਗੁਰ ਸ਼ਬਦ ਨਾ ਆਪ ਪਛਾਣੈ, ਗੁਰੂ ਨੇ ਤਾਂ ਬਿਲਕੁਲ ਪਛਾਣ ਕਰਾ ਦੇਣੀ, ਆਪਾਂ ਨੂੰ ਤਸੱਲੀ ਕਰਾ ਦੇਣੀ ਹੈ। ਗੁਰੂ ਨੇ ਆਪਾਂ ਨੂੰ ਜਿਹੜੀ ਹੈਗੀ ਵਿਵੇਕ ਬੁੱਧੀ ਦੇ ਦੇਣੀ ਹੈ। ਗੁਰੂ ਨੇ ਆਪਣਾ ਜਿਹੜਾ ਹੈਗਾ ਤੀਸਰਾ ਨੇਤਰ ਜਿਹੜਾ ਹੈਗਾ, ਇਹ ਗਿਆਨ ਦਾ ਨੇਤਰ ਖੋਲ ਦੇਣਾ ਹੈ। ਇਸ ਤੋਂ ਅੱਗੇ ਜਿਹੜਾ ਹੈਗਾ ਆਪਾਂ ਨੇ ਇਹ ਉਹਦੇ ਗੁਰੂ ਦੀਆਂ ਅੱਖਾਂ ਤੋਂ ਦੇਖ ਕੇ ਜਿਹੜਾ ਹੈਗਾ, ਉਸ ਤੋਂ ਅੱਗੇ ਆਪਾਂ ਜਿਹੜੇ ਹੈਗੇ ਜਦ ਤੱਕ ਤੁਰਾਂਗੇ ਨਹੀਂ ਨਾ, ਤਦ ਤੱਕ ਗੱਲ ਨਹੀਂ ਬਣੇਗੀ, ਕਾਲ ਨਹੀਂ ਟਰੇਗਾ। ਖਾਵੈ ਭੋਗੈ, ਸੁਣ ਸੁਣ ਦੇਖੈ, ਪਹਿਰ ਦਿਖਾਵੈ ਕਾਲ ਕਰੇ। ਬਿਨ ਗੁਰ ਸ਼ਬਦ ਨਾ ਆਪ ਪਛਾਣੈ, ਬਿਨ ਹਰ ਨਾਮ ਨਾ ਕਾਲ ਟਰੈ। ਬਾਣੀ ਪੱਥਰ ਦੀ ਲਕੀਰ ਆ ਪਿਆਰਿਓ, ਬਾਣੀ ਪੱਥਰ ਦੀ ਲਕੀਰ ਹੈਗੀ। ਇਹ ਨਹੀਂ, ਬਾਣੀ ਜੋ ਬਚਨ ਕਰ ਰਹੇ, ਜੋ ਬਚਨ ਹੈ, ਇਹ ਬਿਲਕੁਲ ਸੱਚਾਈ ਹੈਗੀ। ਇਸ ਤੋਂ ਉੱਪਰ ਦੁਨੀਆ ਦੇ ਵਿੱਚ ਸੱਚਾਈ ਜਿਹੜੀ ਹੈਗੀ ਨਹੀਂ ਲੱਭੇਗੀ। ਬਿਨ ਗੁਰ ਸ਼ਬਦ ਨਾ ਆਪ ਪਛਾਣੈ, ਬਿਨ ਹਰ ਨਾਮ ਨਾ ਕਾਲ ਟਰੇ। ਜੇਤਾ ਮੋਹ ਹਉਮੈ ਕਰ ਭੂਲੇ, ਮੇਰੀ ਮੇਰੀ ਕਰਤੇ ਛੀਨ ਖਰੇ। ਆ ਲਓ, ਜਿੰਨਾ ਮੋਹ ਕਰਦੇ ਆ, ਜਿੰਨਾ ਹਉਮੈ ਕਰਦੇ ਆ, ਬਸ ਭੁੱਲੇ ਹੋਏ ਆ, ਮੇਰੀ ਮੇਰੀ ਮੈਂ ਮੇਰੀ ਕਰੀ ਜਾਂਦੇ ਆ, ਬਸ ਖਤਮ ਖਤਮ ਖਤਮ। ਇਹ ਦੇਖ ਲਓ, ਮੇਰੀ ਮੇਰੀ ਕਰਤੇ ਛੀਨ ਖਰੇ। ਉਹ ਆਤਮਿਕ ਜੀਵਨ ਨੂੰ ਖੋਹ ਲੈਂਦਾ ਹੈ ਕਾਲ, ਇਸ ਤਰ੍ਹਾਂ ਲੁੱਟ ਲੈਂਦਾ ਹੈ ਆਪਾਂ ਨੂੰ। ਜੇਤਾ ਮੋਹ ਹਉਮੈ ਕਰ ਭੂਲੇ, ਮੇਰੀ ਮੇਰੀ ਕਰਤੇ ਛੀਨ ਖਰੇ। ਤਨ ਧਨ ਬਿਨਸੈ, ਸਹਸੇ ਸਹਸਾ ਫਿਰ ਪਛਤਾਵੈ, ਮੁਖ ਧੂਰ ਪਰੇ। ਔਰ ਤਨ ਵੀ ਚਲੇ ਜਾਂਦਾ ਹੈ, ਤਨ ਵੀ ਚਲੇ ਜਾਂਦਾ ਹੈ, ਬਸ ਬਿਨਸ ਜਾਂਦਾ ਹੈ ਸਾਰਾ ਕੁਛ। ਸਹਸਾ ਰਹਿ ਗਿਆ, ਸਹਿਮ ਰਹਿ ਗਿਆ ਇਨਸਾਨ ਦੇ ਅੰਦਰ। ਪਛਤਾਉਂਦਾ ਹੈ, ਬਈ ਆ ਕੀ ਹੋ ਗਿਆ, ਮੈਨੂੰ ਕੀ ਮਿਲਿਆ, ਮੇਰੇ ਤਾਂ ਮੂੰਹ ਤੇ ਸਵਾਈ ਮਿਲੀ ਪਾਈ। ਤਨ ਧਨ ਬਿਨਸੈ, ਸਹਸੇ ਸਹਸਾ ਫਿਰ ਪਛਤਾਵੈ, ਮੁਖ ਧੂਰ ਪਰੇ। ਮਨੁੱਖੀ ਜੂਨ ਮਿਲ ਗਈ ਮਿੱਟੀ ਦੇ ਵਿੱਚ, ਕੀ ਹੱਥ ਆਇਆ। ਬਿਰਧ ਭਇਆ ਜੋਬਨ ਤਨ ਖਿਸਿਆ, ਕਫ ਕੰਠ ਵਿਰੋਧੋ ਨੈਨੋ ਨੀਰ ਟਰੇ। ਆ ਬੁੱਢਾ ਹੋ ਗਿਆ ਮੇਰੇ ਵਰਗਾ, ਦੇਖ ਲਓ। ਬਿਰਧ ਭਇਆ ਜੋਬਨ ਤਨ ਖਿਸਿਆ, ਜਵਾਨੀ ਗਈ, ਤਨ ਵੀ ਖਿਸਕ ਰਿਹਾ। ਕਫ ਕੰਠ, ਆ ਦੇਖ ਲਓ ਕਿੰਨੀ ਵਾਰੀ ਤਾਂ ਮੈਨੂੰ ਜਿਹੜਾ ਹੈਗਾ ਉਹ ਕਫ ਨੂੰ ਉਹ ਕਰਨਾ ਪੈਂਦਾ ਹੈ। ਕਫ ਕੰਠ ਵਿਰੋਧੋ ਕਹਿੰਦੇ ਆ, ਗਲਾ ਜਿਹੜਾ ਹੈਗਾ ਬਲਗਮ ਦੇ ਨਾਲ ਰੁਕ ਜਾਂਦਾ ਹੈ। ਨੈਨੋ ਨੀਰ ਟਰੇ, ਅੱਖਾਂ ਤੋਂ ਪਾਣੀ ਟਲਕਦਾ ਹੈ।
ਚਰਨ ਰਹੇ ਕਰ ਕੰਪਣ ਲਾਗੇ, ਪੈਰ ਵੀ ਜਿਹੜੇ ਤੁਰਨੋਂ ਜਿਹੜੇ ਹੈਗੇ ਬੁੱਢੇ ਥੱਕ ਜਾਂਦੇ ਆ, ਪਾਏ ਰਹਿ ਜਾਂਦੇ ਆ, ਨਹੀਂ ਤੁਰਿਆ ਜਾਂਦਾ, ਹੱਥ ਵੀ ਕੰਬਣ ਲੱਗ ਜਾਂਦੇ ਆ। ਸਾਕਤ ਰਾਮ ਨਾ ਹਿਰਦੇ ਹਰੇ, ਹਾਲੇ ਵੀ ਰੱਬ ਤੋਂ ਟੁੱਟਿਆ ਹੋਇਆ, ਹਾਲੇ ਵੀ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ, ਹਾਲੇ ਵੀ ਮਾਇਆ ਦੇ ਵਿੱਚ, ਬੱਚਿਆਂ ਦੇ ਵਿੱਚ, ਪੋਤੀਆਂ ਦੇ ਵਿੱਚ, ਹਾਲੇ ਉੱਥੇ ਹੀ ਸੁਰਤ ਹੈਗੀ। ਹਾਲੇ ਵਾਹਿਗੁਰੂ ਜੀ, ਹਾਂਜੀ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਦੇ। ਬਿਲਕੁਲ ਜੀ, ਹਾਂਜੀ ਹਾਂ। ਨਵੇਂ ਪਾਤਸ਼ਾਹ ਬਿਲਕੁਲ ਸਹੀ ਗੱਲ ਹੈ, ਬਿਲਕੁਲ। ਇਹ ਪਹਿਲੀ ਪਾਤਸ਼ਾਹੀ, ਉਹ ਨੌਵੀਂ ਪਾਤਸ਼ਾਹੀ ਹੈ, ਗੱਲ ਤਾਂ ਇੱਕੋ ਹੀ ਹੈ। ਬ੍ਰਹਮ ਗਿਆਨੀਆਂ ਦੇ ਬਚਨ ਤਾਂ ਉਹੀ ਰਹਿਣੇ ਜੀ, ਨਵੇਂ ਪਾਤਸ਼ਾਹ ਮੋਹਰ ਬਿਲਕੁਲ ਮੋਹਰ ਲਾਉਂਦੇ ਆ ਜੀ, ਬਿਲਕੁਲ ਮੋਹਰ ਲਾਉਂਦੇ ਆ। ਬਿਰਧ ਭਇਆ ਜੋਬਨ ਤਨ ਖਿਸਿਆ, ਕਫ ਕੰਠ ਵਿਰੋਧੋ ਨੈਨੋ ਨੀਰ ਟਰੇ, ਚਰਨ ਰਹੇ ਕਰ ਕੰਪਣ ਲਾਗੇ, ਸਾਕਤ ਰਾਮ ਨਾ ਹਿਰਦੇ ਹਰੇ। ਹਾਲੇ ਵੀ ਪਰਮੇਸ਼ਰ ਨੂੰ ਨਹੀਂ ਯਾਦ ਕਰ ਰਿਹਾ, ਹਿਰਦੇ ਦੇ ਵਿੱਚ ਬੰਦਗੀ ਕਰਨ ਦੀ ਇੱਛਾ ਨਹੀਂ ਪੈਦਾ ਹੋਈ। ਸਾਕਤ ਰਾਮ ਨਾ ਹਿਰਦੇ ਹਰੇ, ਸੁਰਤ ਗਈ। ਔਰ ਦੇਖੋ, ਇਨਸਾਨ ਦੇ ਜਿਹੜੇ ਕੋ ਨਾ ਅਲਜ਼ਾਈਮਰ ਹੋ ਜਾਂਦਾ ਹੈ, ਔਰ ਬ੍ਰੇਨ ਜਿਹੜਾ ਸੈੱਲ ਬ੍ਰੇਨ ਦੇ ਮਰ ਜਾਂਦੇ ਆ, ਸੁਰਤ ਗਈ ਇਹਨੂੰ ਕਹਿੰਦੇ। ਸੁਰਤ ਚਲੀ ਗਈ, ਇਨਸਾਨ ਦੀ ਸੋਚ ਚਲੀ ਗਈ। ਹੁਣ ਬਾਰ-ਬਾਰ ਇੱਕੋ ਹੀ ਗੱਲ ਕਰਦਾ ਹੈ, ਬਾਰ-ਬਾਰ ਇੱਕੋ ਹੀ ਗੱਲ ਕਰਦਾ ਹੈ, ਮੈਂ ਆਹ ਕਰ ਲਿਆ, ਆਹ ਕਰ ਲਿਆ, ਆਹ ਕਿਵੇਂ ਹੋਣਾ ਹੈ। ਉਹ ਪਹਿਲਾਂ ਜਿਹੜਾ ਐਕਸਪਰਟ ਹੁੰਦਾ ਸੀਗਾ, ਹੁਣ ਜਿਹੜਾ ਹੈਗਾ ਉਹੀ ਕੰਮਾਂ ਦੇ ਵਿੱਚ ਦੂਸਰੇ ਨੂੰ ਪੁੱਛਦਾ, ਦੂਸਰੇ ਤੇ ਡਿਪੈਂਡ ਹੋ ਜਾਂਦਾ ਇਨਸਾਨ। ਸੁਰਤ ਗਈ ਕਾਲੀ ਹੂੰ ਧੌਲੇ, ਕਿ ਕਾਲੇ ਬਾਲ ਸੀਗੇ ਪਹਿਲਾਂ, ਹੁਣ ਚਿੱਟੇ ਹੋ ਗਏ। ਕਿਸੇ ਨਾ ਭਾਵੈ ਰੱਖਿਓ ਘਰੇ, ਔਰ ਕਿਸੇ ਨੂੰ ਚੰਗਾ ਨਹੀਂ ਲੱਗਦਾ, ਖੰਘਦਾ ਰਹਿੰਦਾ ਹੈ। ਔਰ ਬੋਲਦਾ ਵਿਚਾਰਾ ਆਪਣੇ ਉਹਦੇ ਦਿਮਾਗ ਓਨਾ ਕੀ ਹੈਗੀ, ਬੁੱਧੀ ਓਨੀ ਕੀ ਗੱਲ ਕਰਨੀ। ਉਹ ਕਹਿੰਦੇ ਬਾਬਾ ਤੂੰ ਬੋਲਿਆ ਨਾ ਕਰ, ਚੁੱਪ ਰਿਹਾ ਕਰ, ਜੇ ਤੈਨੂੰ ਕੋਈ ਗੱਲ ਨਹੀਂ ਆਉਂਦੀ ਤੇ ਚੁੱਪ ਕਰਕੇ ਰਿਹਾ ਕਰ। ਸੁਰਤ ਗਈ ਕਾਲੀ ਹੂੰ ਧੌਲੇ, ਕਿਸੇ ਨਾ ਭਾਵੈ ਰੱਖਿਓ ਘਰੇ, ਵਿਸਰਤ ਰਾਮ ਵਿਸਰਤ ਨਾਮ, ਐਸੇ ਦੋਖ ਲਾਗੇ, ਜਮ ਮਾਰ ਸਮਾਰੇ ਨਰਕ ਖਰੇ। ਆਇਆ ਪਾਈ ਪਰਮਾਤਮਾ ਨੂੰ ਆਪਣੇ ਜੀਵਨ ਤੋਂ ਭੁਲਾ ਦੇਣਾ, ਰਾਮ ਨੂੰ ਭੁਲਾ ਦੇਣਾ, ਵਿਸਾਰ ਦੇਣਾ, ਆਹ ਦੋਖ ਹੈਗੇ ਭਾਈ। ਤੇ ਜਮ ਤਾਂ ਮਾਰਦਾ ਆ ਔਰ ਲੈ ਜਾਂਦਾ ਹੈ, ਸੰਭਾਲ ਕੇ ਚੰਗੀ ਤਰ੍ਹਾਂ ਲੈ ਜਾਂਦਾ ਹੈ ਭਾਈ, ਸੰਵਾਰਦਾ ਹੈ ਚੰਗੀ ਤਰ੍ਹਾਂ, ਨਰਕ ਲੈ ਜਾਂਦਾ ਹੈ, ਨਰਕ ਖਰੇ ਜੂਨਾਂ 'ਚ ਪਾ ਦਿੰਦਾ ਹੈ। ਆਹ ਦੋਖ ਹੈਗੇ ਭਾਈ। ਇਸ ਕਰਕੇ ਆਖਰੀ ਤੱਕ ਵੇਟ ਹੁੰਦੀ ਹੈ ਬਈ ਆਖਰੀ ਦਿਨ ਵੀ ਜਿਹੜਾ ਹੈਗਾ ਉਹ ਮਾਲਕ ਨੂੰ ਯਾਦ ਕਰ ਲੇਗਾ ਤੇ ਨਹੀਂ ਜਾਏਗਾ ਜੂਨਾਂ ਦੇ ਵਿੱਚ। ਬਿਸਰਤ ਨਾਮ ਐਸੇ ਦੋਖ ਲਾਗੇ, ਜਮ ਮਾਰ ਸਮਾਰੇ ਨਰਕ ਖਰੇ, ਪੂਰਬ ਜਨਮ ਕੋ ਲੇਖ ਨਾ ਮਿਟਈ। ਪਿਛਲੇ ਸੰਸਕਾਰ ਸੀਗੇ, ਕਾਰਨਸ਼ੀਲ ਲੈ ਕੇ ਆਇਆ ਸੀਗਾ, ਉਹ ਤਾਂ ਮਿਟਦਾ ਹੀ ਨਹੀਂ ਹੈ, ਮਿਟਾਇਆ ਹੀ ਨਹੀਂ ਹੈਗਾ। ਹੋਰ ਜਿਹੜਾ ਵੱਡਾ ਜ਼ਰੂਰ ਕਰ ਲਿਆ, ਹੋਰ ਜਿਹੜਾ ਹੈਗਾ ਕਾਟੀਆਂ ਪਾਟੀਆਂ ਮਾਰਤੀਆਂ। ਹੋਰ ਪੂਰਬ ਜਨਮ ਕੋ ਲੇਖ ਨਾ ਮਿਟੀ, ਜਨਮੈ ਮਰੈ ਕਾਕੋ ਦੋਸ ਧਰੇ। ਆਇਆ ਸੀਗਾ ਭਾਈ, ਜਨਮ ਲਿਆ ਸੀਗਾ, ਮਰ ਗਿਆ, ਜਨਮ ਮਰਨ ਦੇ ਗੇੜ 'ਚ ਪੈ ਗਿਆ। ਹੁਣ ਦੱਸ ਕਿਹਨੂੰ ਦੋਸ਼ ਦੇਏਗਾ, ਕਿਹਨੂੰ ਦੋਸ਼ ਦੇਏਗਾ ਦੱਸ ਦੇ। ਪੂਰਬ ਜਨਮ ਕੋ ਲੇਖ ਨਾ ਮਿਟੀ, ਜਨਮ ਮਰੈ ਕਾਕੋ ਦੋਸ ਧਰੇ। ਬਿਨ ਗੁਰ ਬਾਦ ਜੀਵਨ ਹੋਰ ਮਰਨਾ, ਬਿਨ ਗੁਰ ਸ਼ਬਦ ਜਨਮ ਜਰੇ। ਬਗੈਰ ਗੁਰੂ ਤੋਂ, ਬਗੈਰ ਬ੍ਰਹਮ ਗਿਆਨ ਤੋਂ, ਬਗੈਰ ਜਿਹੜਾ ਹੈਗਾ ਗੁਰੂ ਦੀ ਗੱਲ ਮੰਨਣੇ ਤੋਂ, ਬਿਨ ਗੁਰ ਬਾਦ ਜੀਵਨ ਜਿਹੜਾ ਹੈਗਾ ਬੇਕਾਰ ਆ, ਕੋਈ ਮਕਸਦ ਹੀ ਨਹੀਂ ਹੈ। ਬਿਨ ਗੁਰ ਬਾਦ ਜੀਵਨ ਹੋਰ ਮਰਨਾ, ਬਾਕੀ ਮਰਨਾ ਆਤਮਿਕ ਮੌਤ ਤਾਂ ਹੈ ਹੀ ਹੈ। ਬਿਨ ਗੁਰ ਸ਼ਬਦ ਜਨਮ ਜਰੇ। ਆ ਮਨੁੱਖੀ ਜੂਨ ਪਾਈ ਸੀਗੀ, ਸੜ ਗਈ ਪਾਈ, ਸੜ ਗਈ। ਗੁਰੂ ਦੇ ਸ਼ਬਦ ਤੋਂ ਬਗੈਰ, ਧਿਆਨ ਸਿਮਰਨ ਤੋਂ ਬਗੈਰ, ਪਰਮੇਸ਼ਰ ਨੂੰ ਯਾਦ ਕੀਤੇ ਤੋਂ ਬਗੈਰ ਆ ਸੜ ਗਿਆ ਜਨਮ। ਬਿਨ ਗੁਰ ਸ਼ਬਦ ਜਨਮ ਜਰੇ। ਖੁਸ਼ੀ ਖੁਆਰ ਪਹੇ ਰਸ ਭੋਗਣ, ਫੋਕਟ ਕਰਮ ਵਿਕਾਰ ਕਰੇ। ਹਾਲੇ ਵੀ ਇਨਸਾਨ ਜਿਹੜਾ ਆਖਰੀ ਦਮ ਤੱਕ ਖੁਸ਼ੀਆਂ ਖੁਆਰੀਆਂ, ਆ ਦੁਨੀਆ ਦੇ ਪਦਾਰਥ ਰਸ ਭੋਗਣ, ਆ ਫੋਕਟ ਕਰਮ ਕਰੀ ਜਾਂਦਾ ਹੈ। ਇਹ ਵਿਕਾਰਾਂ ਦੇ ਵਿੱਚ ਹੀ ਪਿਆ ਰਹਿੰਦਾ ਹੈ। ਖੁਸ਼ੀ ਖੁਆਰ ਪਾਏ ਰਸ ਭੋਗਣ, ਫੋਕਟ ਕਰਮ ਵਿਕਾਰ ਕਰੇ।
ਨਾਮ ਵਿਸਾਰ ਲੋਭ ਮੂਲ ਖੋਇਓ, ਨਾਮ ਵਿਸਾਰ ਲੋਭ ਮੂਲ ਖੋਇਓ, ਸਿਰ ਧਰਮ ਰਾਏ ਕਾ ਡੰਡ ਪਰੇ। ਨਾਮ ਨੂੰ ਭੁਲਾ ਦਿੱਤਾ, ਲਾਲਚ ਦੇ ਵਿੱਚ ਲੱਗ ਕੇ, ਸਵਾਦਾਂ ਦੇ ਵਾਸਤੇ, ਪਦਾਰਥਾਂ ਦੇ ਵਾਸਤੇ, ਖੁਸ਼ੀ ਦੇ ਵਾਸਤੇ, ਰਸ ਭੋਗਣ ਦੇ ਵਾਸਤੇ, ਫੋਕਟ ਕਰਮਾਂ ਦੇ ਵਾਸਤੇ ਮੂਲ ਖੋਇਓ। ਆ ਮੂਲ ਮਿਲਿਆ ਸੀਗਾ, ਮਨੁੱਖਾ ਸਰੀਰ, ਸਵਾਸ ਮਿਲੇ ਸੀਗੇ, ਚਾਂਸ ਮਿਲਿਆ ਸੀਗਾ, ਖੋ ਦਿੱਤਾ। ਸਿਰਫ ਧਰਮ ਰਾਏ ਕਾ ਡੰਡ ਪਰੇ, ਧਰਮ ਰਾਜ ਦਾ ਜਿਹੜਾ ਹੈਗਾ ਉਹ ਆ ਗਿਆ ਡੰਡਾ ਸਿਰ ਦੇ ਉੱਤੇ ਪਾਈ, ਲੇਖਾ। ਆ ਜਿੰਨਾ ਸਮਾਂ ਦਿੱਤਾ ਆ ਉਹਨੇ ਧਰਮ ਰਾਜ ਨੇ ਵਸੂਲੀ ਕਰਨੀ ਹੈ। ਉਹਨੇ ਜਿਹੜਾ ਹੈਗਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨਾ ਹੈ। ਗਿਆਰਵਾਂ ਬੰਦ, ਗੁਰਮੁਖੇ ਰਾਮ ਨਾਮ ਗੁਣ ਗਾਵੇਂ, ਜਾ ਕੋ ਹਰ ਪ੍ਰਭ ਨਦਰ ਕਰੇ। ਆ ਲੋ, ਆ ਹੈਗਾ ਜਿਹੜੇ ਜਿਨ੍ਹਾਂ ਤੇ ਮਿਹਰ ਹੋ ਗਈ, ਜਿਨ੍ਹਾਂ ਨੂੰ ਗੁਰੂ ਦਾ ਗਿਆਨ ਮਿਲ ਗਿਆ, ਉਹ ਗੁਰੂ ਦੇ ਰਾਹੀਂ ਜਿਹੜੇ ਹੈਗੇ ਲੱਗ ਗਏ ਪਰਮੇਸ਼ਰ ਦੀ ਭਗਤੀ ਕਰਨ। ਰਾਮ ਨਾਮ ਗੁਣ ਗਾਉਣ, ਰਾਮ ਦੇ ਨਾਮ ਦਾ ਗੁਣ ਗਾਉਣਾ ਕੀ ਹੈ? ਬਈ ਮਾਲਕ ਨੂੰ ਯਾਦ ਕਰਨਾ। ਜਾ ਕੋ ਹਰ ਪ੍ਰਭ ਨਦਰ ਕਰੇ, ਆ ਮਾਲਕ ਦੀ ਨਜ਼ਰ ਹੈਗੀ ਪਾਏ। ਮਾਲਕ ਤਾਂ ਨਜ਼ਰ ਕਰਨ ਨੂੰ ਤਿਆਰ ਬੈਠਾ ਹੈ, ਆਪਾਂ ਹੀ ਨੇ ਜਿਹੜੇ ਹੈਗੇ ਨਜ਼ਰ ਦੇ ਪਾਤਰ ਨਹੀਂ ਹੋਣਾ ਚਾਹੁੰਦੇ। ਆਪਾਂ ਹੀ ਜਿਹੜੇ ਹੈਗੇ ਆਪਣੀ ਝੋਲੀ ਬੰਦ ਕਰਕੇ ਬੈਠੇ ਹੋਏ, ਭਾਂਡਾ ਮੋਢਾ ਕੀਤਾ ਹੋਇਆ। ਤੇ ਨਿਰਮਲ ਪੁਰਖ ਅਪਰੰਪਰ ਪੂਰੇ, ਤੇ ਜਗ ਮੈਂ ਗੁਰ ਗੋਬਿੰਦ ਹਰੇ। ਉਹ ਹੋ ਗਏ ਨਿਰਮਲ ਪਾਏ, ਉਹ ਪੂਰੇ ਹੋ ਗਏ ਪਾਏ, ਪੂਰੇ ਦੇ ਨਾਲ, ਮਾਲਕ ਪਰਮਾਤਮਾ ਦੇ ਨਾਲ, ਅਪਰੰਪਰ ਜਿਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਹਦੇ ਨਾਲ ਰਲ ਕੇ ਉਹਦੇ ਵਰਗੇ ਹੋ ਗਏ। ਸੰਸਾਰ ਦੇ ਵਿੱਚ ਹੀ ਰਹਿੰਦੇ ਹੋਏ, ਇਸ ਜਗ ਦੇ ਵਿੱਚ। ਤੇ ਨਿਰਮਲ ਪੁਰਖ ਅਪਰੰਪਰ ਪੂਰੇ, ਤੇ ਜਗ ਮੈਂ ਗੁਰ ਗੋਬਿੰਦ ਹਰੇ। ਉਹ ਉਸ ਮਾਲਕ ਪਰਮਾਤਮਾ, ਉਹ ਜਿਹੜਾ ਗੁਰੂ ਗੋਬਿੰਦ, ਉਹਦੇ ਵਰਗੇ ਹੋ ਗਏ ਪਾਏ, ਗੁਰੂ ਦੀ ਮਿਹਰ ਦੇ ਨਾਲ। ਔਰ ਗੋਬਿੰਦ ਦੀ ਜਿਹੜੀ ਹੈਗੀ, ਗੋਬਿੰਦ ਨੂੰ ਆਪਣੇ ਜੀਵਨ 'ਚ ਲੈ ਕੇ ਆਉਣ ਦੇ ਨਾਲ, ਰਾਮ ਨਾਮ ਗੁਣ ਗਾਉਣ ਦੇ ਨਾਲ। ਆਹੀ ਹੈਗੀ ਭਗਤੀ, ਆਹੀ ਹੈਗੀ ਮਾਲਕ ਪਰਮਾਤਮਾ ਦੀ ਨਜ਼ਰ। ਹਰ ਸਿਮਰੋ ਗੁਰ ਬਚਨ ਸਮਾਰੋ, ਸੰਗਤ ਹਰ ਜਨ ਭਾਵ ਕਰੇ। ਦੇਖੋ ਆਖਰੀ ਦੇ ਵਿੱਚ ਬਿਲਕੁਲ ਦੱਸ ਰਹੇ, ਕਹਿੰਦੇ ਪਰਮੇਸ਼ਰ ਦਾ ਧਿਆਨ ਸਿਮਰਨ ਕਰੋ, ਮਾਲਕ ਨੂੰ ਯਾਦ ਕਰ ਪਿਆਰਿਆ, ਗੁਰੂ ਦੇ ਬਚਨਾਂ ਨੂੰ ਇਕੱਠਾ ਕਰ, ਗੁਰੂ ਦੇ ਬਚਨਾਂ ਨੂੰ ਦੇਖ, ਗੁਰੂ ਕੀ ਕਹਿ ਰਿਹਾ ਆ। ਗੁਰ ਬਚਨ ਸਮਾਰੋ, ਗੁਰੂ ਦੇ ਬਚਨਾਂ ਨੂੰ ਸਮਾਰ। ਸੰਗਤ ਹਰ ਜਨ ਭਾਵ ਕਰੇ, ਔਰ ਹਰੀ ਦੇ ਜਨ ਜਿਹੜੇ ਹੈਗੇ ਆ, ਇਹਨਾਂ ਦੀ ਸਾਧ ਸੰਗਤ ਜਿਹੜੀ ਹੈਗੀ ਕਰ ਪਾਏ ਪਿਆਰ ਦੇ ਨਾਲ। ਹਰ ਜਨ ਗੁਰ ਪ੍ਰਧਾਨ ਦੁਆਰਾ, ਇਹ ਹਰੀ ਦੇ ਜਨ ਜਿਹੜੇ ਹੈਗੇ, ਇਹ ਗੁਰੂ ਦੀ ਜਿਹੜੀ ਹੈਗੀ ਆ, ਗੁਰੂ ਦੀ ਗਾਈਡੈਂਸ ਦੇ ਵਿੱਚ ਜਿਹੜੇ ਹੈਗੇ ਇਹ ਪ੍ਰਧਾਨ ਹੋ ਜਾਂਦੇ ਆ ਪਾਏ। ਇਹ ਹਰੀ ਦੇ ਜਨ ਪ੍ਰਧਾਨ ਆ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਭਾਵੇਂ ਦਰਗਹਿ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਹਰ ਜਨ ਗੁਰ ਪ੍ਰਧਾਨ ਦੁਆਰਾ ਹੈ, ਉਹ ਤਾਂ ਮਾਲਕ ਦੇ ਦਰ ਤੇ ਹੈ ਭਾਈ। ਨਾਨਕ ਤਿੰਨ ਜਨ ਕੀ ਰੇਣ ਹਰੇ, ਹੇ ਮੇਰੇ ਮਾਲਕਾ, ਐਸੇ ਜਿਹੜੇ ਹਰੀ ਦੇ ਜਨ ਜਿਹੜੇ ਹੈਗੇ, ਉਹਨਾਂ ਦੀ ਸੰਗਤ ਦੇ ਵਿੱਚ ਰੱਖ ਮੈਨੂੰ, ਉਹਨਾਂ ਦੇ ਚਰਨਾਂ ਦੇ ਵਿੱਚ ਰੱਖ ਮੈਨੂੰ। ਆ ਜੀ ਆਖਰੀ ਮੋਤੀ ਸੀਗਾ ਲੜੀ ਦਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਹੁਣ 3 ਸ਼ਬਦ ਹੋਰ ਹੈਗੇ, 3 ਨਵੀਂ ਲੜੀ ਸ਼ੁਰੂ ਹੁੰਦੀ ਆ। ਇਹ ਪਹਿਲੀ ਪਾਤਸ਼ਾਹੀ ਦੇ 3 ਸ਼ਬਦ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਮਾਰੂ ਕਾਫੀ ਮਹੱਲਾ ਪਹਿਲਾ, ਘਰ ਦੂਜਾ। ਆਮੋ ਵੰਜੋ ਡੂਮਣੀ, ਕੀਤੀ ਮਿੱਤਰ ਘਰਿਓ। ਕਹਿੰਦੇ ਮੈਂ ਤਾਂ ਇਹ ਮੈਨੂੰ ਨਹੀਂ ਜਿਹੜਾ ਹੈਗਾ ਗੁਰੂ ਗਾਈਡ ਜਿਹੜੇ ਹੈਗੇ ਗਿਆਨ ਮੈਂ ਨਹੀਂ ਲਿਆ ਸੀਗਾ, ਮੈਂ ਮਾਲਕ ਪਰਮਾਤਮਾ ਨੂੰ ਨਹੀਂ ਆਪਣੇ ਜੀਵਨ 'ਚ ਲਿਆਂਦਾ ਸੀਗਾ। ਅਤੇ ਮੈਂ ਤਾਂ ਇਸ ਤਰ੍ਹਾਂ ਜਿਹੜਾ ਦੁਨੀਆ ਦੇ ਵਿੱਚ ਆਉਂਦਾ ਸੀ, ਡੋਲਦਾ ਹੋਇਆ ਕਾਰਨ ਸ਼ੀਰ ਦੇ ਨਾਲ। ਆਮੋ ਵੰਜੋ ਡੂਮਣੀ, ਦੋ ਮਣੀ, 2 ਮਨਾਂ ਦੇ ਨਾਲ, ਬਸ ਡੂਮਣੀ ਟੱਕੇ ਡੋਲੇ ਖਾਂਦਾ ਹੋਇਆ।
ਕੋਈ ਪਤਾ ਹੀ ਨਹੀਂ ਕਿੱਧਰ ਜਾਣਾ ਹੈ, ਕੀ ਕਰਨਾ ਹੈ। ਕਿੱਤੀ ਮਿੱਤਰ ਕਰਿਓ, ਔਰ ਕਿੰਨੇ ਕੁ ਮਿੱਤਰ ਕਰਦਾ ਸੀਗਾ, ਪਤਾ ਹੀ ਨਹੀਂ ਹੈ ਕਿੰਨੇ ਕੁ ਮਿੱਤਰ ਹੈ ਦੁਨੀਆ ਦੇ ਵਿੱਚ ਆ ਕੇ ਜਿਹੜਾ ਹੈਗਾ। ਸਾ ਤਨ ਢੋਈ ਨਾ ਲਹੈ, ਵਾਂਢੀ ਕਿਉਂ ਧੀਰਿਓ। ਕਹਿੰਦੇ ਉਹ ਜੀਵ ਇਸਤਰੀ ਇਨਸਾਨ, ਇਹਨੂੰ ਕਹਿੰਦੇ ਮਾਲਕ ਦੇ ਦਰ ਤੇ ਤਾਂ ਢੋਈ ਮਿਲਣੀ ਨਹੀਂ ਹੈ। ਔਰ ਦੁਨੀਆ ਦੇ ਵਿੱਚ ਜਿਹੜਾ ਹੈਗਾ ਆਪਣਾ ਸਮਾਂ ਜਿਹੜਾ ਹੈਗਾ ਨਿਰਧਾਰਿਤ ਹੈਗਾ। ਔਰ ਆਪਾਂ ਜਿਹੜੇ ਇੱਥੇ ਜਿਹੜੇ ਆ ਵਾਂਢੇ ਆਏ ਹੋਏ ਆ, ਇੱਥੇ ਜਿਹੜਾ ਹੈਗੇ ਆਪਾਂ ਤਾਂ ਜਿਹੜੇ ਹੈਗੇ ਇਹ ਸਫ਼ਰ ਦੇ ਉੱਤੇ ਹੈਗੇ ਆ, ਮੁਸਾਫਿਰ ਖਾਨਾ ਹੈਗਾ ਇਹ। ਸਾਤਨ ਢੋਈ ਨਾ ਲਹੈ, ਵਾਂਢੀ ਕਿਉਂ ਧੀਰਿਓ। ਵਾਂਢੇ ਆ ਭਾਈ, ਧੀਰਜ ਕਿਵੇਂ ਆਏਗਾ। ਇੱਥੇ ਆਏ ਆ ਆਪਾਂ, ਮਾਲਕ ਆਪਣਾ ਪਤੀ ਹੈਗਾ ਤੇ ਇੱਥੇ ਆਪਾਂ ਪੇਕਾ ਘਰ ਹੈਗਾ। ਇੱਥੇ ਆ ਕੇ ਆਪਾਂ ਵਿਆਹ ਸਕਦੇ ਹਾਂ, ਆਪਣਾ ਵਿਆਹ ਇੱਥੇ ਆਪਾਂ ਸੁਹਾਗਵਤੀ ਹੋ ਸਕਦੇ ਹਾਂ। ਜੀਵ ਇਸਤਰੀ ਜਿਹੜੀ ਹੈਗੀ ਸੁਹਾਗਵਤੀ ਹੋ ਸਕਦੀ ਹੈ ਪੇਕੇ ਘਰ ਦੇ ਵਿੱਚ। ਇੱਥੇ ਆਈ ਚਾਂਸ ਹੈਗਾ ਤਾਂ ਜਿਹੜੇ ਸਹੁਰੇ ਘਰ 'ਚ ਵਸ ਸਕਦੀ ਹੈ, ਉਹ ਮਾਲਕ ਦਾ ਸਾਥ ਮਾਣ ਸਕਦੀ ਹੈ। ਜੇ ਇੱਥੇ ਜਿਹੜਾ ਹੈਗਾ ਨਹੀਂ ਵਿਆਹ ਕਰਾਇਆ ਤੇ ਗਿਆ ਚਾਂਸ ਆਪਣਾ। ਆਮੋ ਵੰਜੋਂ ਡੂਮਣੀ, ਕਿੱਤੀ ਮਿੱਤਰ ਕਰਿਓ। ਸਾਤਨ ਢੋਈ ਨਾ ਲਹੈ, ਵਾਂਢੀ ਕਿਉਂ ਧੀਰਿਓ। ਬਸ ਆਹੀ ਹੈਗਾ ਚਾਂਸ, ਇਹ ਗਵਾ ਦਿੱਤਾ ਤੇ ਭਾਈ ਕਿਤੇ ਵੀ ਜਿਹੜਾ ਹੈਗਾ ਢੋਈ ਨਹੀਂ ਮਿਲਣੀ, ਨਾ ਪੇਕੇ ਤੇ ਨਾ ਸਹੁਰੇ। ਜਿੰਨੇ ਮਰਜ਼ੀ ਮਿੱਤਰ ਕਰ ਲਈਏ, ਜਿੰਨੇ ਮਰਜ਼ੀ ਰਿਸ਼ਤੇਦਾਰ ਕਰ ਲਈਏ, ਜੋ ਮਰਜ਼ੀ ਕਰ ਲਈ। ਮੈਂਡਾ ਮਨ ਰੱਤਾ ਆਪਨੜੇ ਪਿਰ ਨਾਲ। ਆ ਦੇਖੋ, ਕਹਿੰਦੇ ਮੈਂ ਬਹੁਤ ਚਾਂਸ ਲਏ ਇਸ ਤਰ੍ਹਾਂ ਆ ਕੇ, ਜਿਹੜੇ ਕਿੰਨੇ ਕੁ ਮਿੱਤਰ ਕਰ ਲਏ, ਮੈਨੂੰ ਤਾਂ ਢੋਈ ਮਿਲੀ ਨਹੀਂ। ਆ ਬੜਾ ਮਾਲਕ ਨੇ ਜਿਹੜਾ ਹੈਗਾ ਮੈਨੂੰ ਮੇਰੀ ਸੁਣੀ ਆ ਤੇ ਗੁਰੂ ਮਿਲਾਤਾ। ਔਰ ਮੈਨੂੰ ਜਿਹੜਾ ਹੈਗਾ ਮੈਨੂੰ ਮਾਲਕ ਜਿਹੜਾ ਹੈਗਾ, ਮੈਂ ਆਪਣੇ ਪਿਆਰੇ ਪਰਮਾਤਮਾ ਨੂੰ, ਮੇਰਾ ਮਨ ਰਤ ਗਿਆ ਪਿਆਰੇ ਦੇ ਨਾਲ, ਉਹਦੀ ਯਾਦ ਦੇ ਵਿੱਚ, ਮੇਰੇ ਪੀਰ ਦੇ ਨਾਲ। ਮੈਂਡਾ ਮਨ ਰੱਤਾ ਆਪਨੜੇ ਪਿਰ ਨਾਲ, ਹਉ ਘੋਲ ਕਮਾਈ ਖਨੀਏ ਕੀਤੀ, ਇੱਕ ਪੋਰੀ ਨਦਰ ਨਿਹਾਲ ਰਹਾਓ। ਕਹਿੰਦੇ ਮੈਂ ਤਾਂ ਬਾਹਰ ਨੇ ਜਾਵਾਂ, ਆਪਣੇ ਆਪ ਨੂੰ ਬਿਲਕੁਲ ਆਪਣਾ ਮਨ ਔਰ ਤਨ ਖੰਨੇ ਕਰਦਾ, ਆਪਣੀ ਹੋਂਦ ਮਿਟਾ ਦਾਂ। ਹਿੱਕ ਪੋਰੀ ਨਦਰ ਨਿਹਾਲ, ਮਾੜਾ ਜਿਹਾ ਮੇਰੇ ਵੱਲ ਝਾਕ ਲਾ ਮਾਲਕਾ, ਮੇਰੇ ਉੱਤੇ ਮਾੜੀ ਜੀ ਮਿਹਰ ਕਰ ਦੇ। ਰਹਾਓ। ਪਈ ਅੜੇ ਦੁਹਾਗਣੀ, ਸਾਹੁਰੜੇ ਕਿਉਂ ਜਾਉ। ਜਿਹੜੀ ਪੇਕੇ ਘਰ ਦੇ ਵਿੱਚ ਦੁਹਾਗਣਾ ਰਹਿੰਦੀਆਂ ਪਾਏ, ਨਹੀਂ ਮਾਲਕ ਪਰਮਾਤਮਾ ਨੂੰ, ਪਤੀ ਨੂੰ, ਆਪਣੇ ਨੂੰ ਨਹੀਂ ਯਾਦ ਕਰਦੀਆਂ, ਨਹੀਂ ਜਿਹੜੇ ਹੈਗੇ ਜਿਹੜੇ ਸਹੁਰੇ ਘਰ ਦੇ ਵਿੱਚ ਪਤੀ ਨੂੰ ਜਿਹੜੇ ਜਿਸ ਤਰ੍ਹਾਂ ਸੁਹਾਗਣ ਪਸੰਦ ਆਉਂਦੀ ਹੈ, ਉਹ ਗੁਣ ਨਹੀਂ ਲੈਂਦੇ, ਤੇ ਫਿਰ ਦੁਹਾਗਣ ਹੀ ਰਹਿੰਦੀ ਹੈ ਪਾਏ। ਬਗੈਰ ਗੁਣਾਂ ਦੇ ਮਾਲਕ ਨਹੀਂ ਐਕਸੈਪਟ ਕਰਦਾ। ਪਈ ਅੜੇ ਦੁਹਾਗਣੀ, ਸਾਹੁਰੜੇ ਕਿਉਂ ਜਾਉ। ਅਗਲੀ ਲਾਈਨ ਦੱਸ ਰਹੀ ਹੈ ਭਾਈ, ਆਪਣੇ ਵੱਲੋਂ ਨਹੀਂ। ਮੈਂ ਗੱਲ ਔਗੁਣ ਮੁੱਠੜੀ, ਬਿਨ ਪਿਰ ਝੂਰ ਮਰਾਉ। ਕਹਿੰਦੇ ਔਗੁਣ ਹੈਗੇ ਮੇਰੇ ਗਲ ਦੇ ਵਿੱਚ, ਇਸ ਕਰਕੇ ਮੈਂ ਜਿਹੜੇ ਹੈਗੇ ਇਹ ਲੁੱਟੀ ਹੋਈ ਹਾਂ, ਠੱਗੀ ਜਾ ਰਹੀ ਹਾਂ। ਬਿਨ ਪਿਰ ਝੂਰ ਮਰਾਉ, ਬਗੈਰ ਪਤੀ ਦੇ ਜਿਹੜਾ ਹੈਗਾ ਝੁਰ ਕੇ ਜਿਹੜਾ ਹੈ ਮਰਦੀ ਹਾਂ, ਔਰ ਆ ਮੇਰਾ ਜਨਮ ਚਲੇ ਜਾਂਦਾ ਹੈ। ਪਈ ਅੜੇ ਪਿਰ ਸੰਭਲਾਂ, ਸਾਹੁਰੜੇ ਘਰ ਵਾਸ। ਜੇ ਕਿਤੇ ਮੈਂ ਪੇਕੇ ਘਰ ਦੇ ਵਿੱਚ ਜਿਹੜਾ ਹੈਗਾ ਮਾਲਕ ਪਰਮਾਤਮਾ ਨੂੰ ਚੇਤੇ ਕਰ ਲਾਂ, ਉਹ ਮਾਲਕ ਨੂੰ ਸੰਭਾਲ ਲਾਂ ਆਪਣੇ ਹਿਰਦੇ ਵਿੱਚ, ਤੇ ਕੰਮ ਬਣ ਜੇ ਪਾਏ। ਸਾਹੁਰੜੇ ਘਰ ਵਾਸ, ਸਹੁਰੇ ਘਰ ਦੇ ਵਿੱਚ ਵਾਸਾ ਹੋ ਜਾਏ ਮੇਰਾ ਪਤੀ ਪਰਮਾਤਮਾ ਦੇ ਨਾਲ। ਪਈ ਅੜੇ ਪਿਰ ਸੰਭਲਾਂ, ਸਾਹੁਰੜੇ ਘਰ ਵਾਸ। ਸੁਖ ਸੰਬੰਧ ਸੁਹਾਗਣੀ, ਪਿਰ ਪਾਇਆ ਗੁਣਤਾਸ। ਉਹ ਸੁਹਾਗਣਾ ਸੁਖ ਦੀ ਨੀਂਦ ਲੈਂਦੀਆਂ ਆ, ਮਾਲਕ ਪਰਮਾਤਮਾ ਦੇ ਗਲ 'ਚ ਹੱਥ ਆ ਉਹਨਾਂ ਦੇ, ਉਹ ਪਾ ਲਿਆ ਉਹਨਾਂ ਨੇ ਆਪਣਾ ਗੁਣਾਂ ਦਾ ਖਜ਼ਾਨਾ, ਉਹ ਮਾਲਕ ਪਰਮਾਤਮਾ। ਸੁਖ ਸੰਵਦ ਸੁਹਾਗਣੀ, ਪਿਰ ਪਾਇਆ ਗੁਣਤਾਸ। ਲੇਫ ਨਿਹਾਲੀ ਪੱਟ ਕੀ,
ਕਾਪੜ ਅੰਗ ਬਣਾਏ। ਕਹਿੰਦੇ ਮੈਂ ਕੀ ਕਰ ਰਿਹਾ, ਇਨਸਾਨ ਕੀ ਕਰਦਾ? ਬਸ ਲੇਫ ਕਹਿੰਦੇ ਆ ਰਜਾਈ ਜਾਂ ਕੰਬਲ, ਨਿਹਾਲੀ ਕਹਿੰਦੇ ਆ ਤਲਾਈ, ਪੱਟ ਕਹਿੰਦੇ ਰੇਸ਼ਮ, ਔਰ ਜੋ ਵੀ ਕੱਪੜੇ ਆਪਾਂ ਪਾਉਂਦੇ ਆ, ਕਹਿੰਦੇ ਸਾਰਾ ਜਿਹੜਾ ਹੈਗਾ ਇਹ ਪਦਾਰਥ ਜਿਹੜੇ ਹੈਗੇ, ਮਾਇਆ ਜਿਹੜੀ ਹੈਗੀ, ਇਹਨੂੰ ਇਕੱਠਾ ਕਰਦਾ ਰਹਿੰਦਾ ਹੈ ਭਾਈ। ਇਹੀ ਕਰਦੀ ਰਹਿ ਗਈ ਮੈਂ ਤਾਂ। ਲੇਫ ਨਿਹਾਲੀ ਪੱਟ ਕੀ ਕਾਪੜ ਅੰਗ ਬਣਾਏ, ਬਸ ਆਹੀ ਕਰਦੀ ਰਹਿ ਗਈ। ਦੁਨੀਆ ਦੇ ਪਦਾਰਥ ਜਿਹੜੇ ਹੈਗੇ ਇਹਨਾਂ ਨੂੰ ਹੀ ਮਾਣਦੀ ਰਹਿ ਗਈ। ਫਿਰ ਮੁੱਤੀ ਡੁਹਾਗਣੀ ਤਿੰਨ ਦੁੱਖੀ ਰਹਿਣ ਵਿਹਾਏ। ਇਸ ਤਰੀਕੇ ਦੇ ਨਾਲ ਭਾਈ ਛੁੱਟੜ ਹੋ ਜਾਂਦੀ ਆ। ਮੁੱਤੀ ਕਹਿੰਦੇ ਆ ਛੁੱਟੜ, ਫਿਰ ਮੁੱਤੀ ਡੁਹਾਗਣੀ, ਡੁਹਾਗਣ ਸੀਗੀ ਭਾਈ। ਤਿੰਨ ਦੁੱਖੀ ਰਹਿਣ ਵਿਹਾਏ, ਕਹਿੰਦੇ ਉਹਨਾਂ ਦੀ ਜੀਵਨ ਦੀ ਰਾਤ ਜਿਹੜੀ ਹੈਗੀ ਦੁੱਖ ਦੇ ਵਿੱਚ ਗੁਜ਼ਰਦੀ ਹੈ। ਜੀਵਨ ਹੈ ਮਨੁੱਖੀ ਜੂਨ, ਇਹ ਦੁੱਖ ਦੇ ਵਿੱਚ ਗੁਜ਼ਰਦਾ ਹੈ ਭਾਈ। ਪਤੀ ਨਹੀਂ ਮਿਲਦਾ ਔਰ ਬਾਅਦ 'ਚ ਤਾਂ ਮਿਲਣਾ ਹੀ ਨਹੀਂ। ਕਿੱਤੀ ਚੱਖੋਂ ਸਾਡੜੇ ਕਿੱਤੀ ਵੇਸ ਕਰਿਓ, ਕਹਿੰਦੇ ਕਿੰਨੇ ਮਰਜੀ ਦੁਨੀਆ ਦੇ ਪਦਾਰਥ ਚੱਖ ਲਵਾਂ, ਕਿੰਨੇ ਮਰਜੀ ਸਵਾਦ ਲੈ ਲਾਂ, ਕਿੰਨੇ ਮਰਜੀ ਜਿਹੜਾ ਹੈਗਾ ਆਪਣੇ ਆਪ ਨੂੰ ਸ਼ਿੰਗਾਰ ਲਵਾਂ, ਕਿਹੋ ਜਿਹਾ ਮਰਜੀ ਵੇਸ਼ ਜਿਹੜਾ ਹੈਗਾ ਬਣਾ ਲਵਾਂ, ਫਿਰ ਬਿਨ ਜੋਬਨ ਬਾਦ ਗਇਮ ਵਾਂਡੀ ਚੂਰੇਂਦੀ ਚੂਰਿਓ। ਕਹਿੰਦੇ ਪਰਮਾਤਮਾ ਤੋਂ, ਪਤੀ ਤੋਂ ਬਗੈਰ ਇਹ ਜਵਾਨੀ ਬੇਕਾਰ ਚਲੀ ਗਈ ਭਾਈ। ਔਰ ਜੀਵ ਇਸਤਰੀ ਜਿਹੜੀ ਹੈਗੀ ਪੇਕੇ ਘਰ ਦੇ ਵਿੱਚ ਵਾਂਢੇ ਰਹਿ ਕੇ, ਕਿਉਂਕਿ ਉਹਨੇ ਮਾਇਆ ਨੂੰ ਪਦਾਰਥਾਂ ਨੂੰ ਚੋਗੇ ਨੂੰ ਬਾਹਰ ਜੋ ਖਿਲ ਰਿਹਾ ਉਹਨੂੰ ਪ੍ਰਾਇਰਟੀ ਦਿੱਤੀ ਤੇ ਅੰਦਰ ਆਪਣੇ ਨਹੀਂ ਵੜੀ। ਚੁਰੇਂਦੀ ਚੂਰਿਓ, ਔਰ ਚੁਰਦੀ ਆ, ਦੁਖੀ ਹੁੰਦੀ ਆ, ਉਹ ਦੁੱਖ ਦੇ ਵਿੱਚ ਹੀ ਜਿਹੜਾ ਹੈਗਾ ਜੀਵਨ ਚਲੇ ਜਾਂਦਾ ਹੈ। ਸੱਚੇ ਸੰਦਾ ਸੱਦੜਾ ਸੁਣੀਏ ਗੁਰ ਵਿਚਾਰ, ਕਹਿੰਦੇ ਮਾਲਕ ਪੁਕਾਰ ਰਿਹਾ, ਪਤੀ ਪੁਕਾਰ ਰਿਹਾ, ਪਤੀ ਦਾ ਸੱਦਾ ਜੇ ਸੁਣਨਾ ਹੈਗਾ ਤੇ ਗੁਰੂ ਨੂੰ ਵਿਚਾਰ ਲਓ, ਗੁਰੂ ਨੂੰ ਵਿਚਾਰ ਲਓ, ਗੁਰੂ ਨੂੰ ਵਿਚਾਰੋ। ਗੁਰੂ ਕੀ ਕਹਿ ਰਿਹਾ ਹੈ ਭਾਈ? ਸੱਚੇ ਸੰਦਾ ਸੱਦੜਾ ਸੁਣੀਏ ਗੁਰ ਵਿਚਾਰ। ਜਿਹੜਾ ਗੁਰੂ ਨੂੰ ਵਿਚਾਰ ਲਏਗਾ, ਜਿਹੜਾ ਗੁਰੂ ਦੇ ਅਨੁਸਾਰ ਜਿਹੜਾ ਹੈਗਾ ਆਪਣੇ ਮਾਇਆ ਸ਼ੋਰ, ਦੁਨੀਆ ਦਾ ਵਿਚਾਰ, ਦੁਨੀਆ ਦਾ ਸ਼ੋਰ ਜਿਹੜਾ ਹੈਗਾ, ਇਹ ਦੁਨੀਆ ਦੇ ਸੱਦੜੇ ਜਿਹੜੇ ਹੈਗੇ ਇਹਨਾਂ ਨੂੰ ਡਰਾਪ ਕਰੇਗਾ ਤੇ ਉਹ ਸੱਚੇ ਮਾਲਕ ਦਾ ਸੱਦੜਾ ਸੁਣਨ ਲੱਗ ਜਾਏਗਾ ਭਾਈ। ਉਹ ਆਨੰਦ ਸ਼ਬਦ ਸੁਣਨ ਲੱਗ ਪੈਣਗੇ। ਸੱਚੇ ਸੰਦਾ ਸੱਦੜਾ ਸੁਣੀਏ ਗੁਰ ਵਿਚਾਰ, ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰ। ਉਹ ਬੈਠਕ ਵੀ ਹੋ ਜਾਏਗੀ, ਸੱਚ ਦੇ ਨਾਲ, ਸੱਚੇ ਦੇ ਨਾਲ ਬੈਠਣਾ ਸਿੱਖ ਜਾਏਗਾ, ਆਤਮਾ ਦੇ ਨਾਲ। ਨਦਰੀ ਨਦਰ ਪਿਆਰ, ਔਰ ਉਹ ਮਾਲਕ ਪਰਮਾਤਮਾ ਦੀ ਨਦਰੀ ਦੀ ਨਜ਼ਰ ਹੋ ਜਾਏਗੀ ਔਰ ਪਿਆਰ ਪੈ ਜਾਏਗਾ ਮਾਲਕ ਦੇ ਨਾਲ। ਗਿਆਨੀ ਅੰਜਨ ਸੱਚ ਕਾ ਦੇਖੈ ਦੇਖਣ ਹਾਰ, ਕਹਿੰਦੇ ਭਾਈ ਜਿਹੜੇ ਗਿਆਨੀ ਹੁੰਦੇ ਆ, ਕਹਿੰਦੇ ਜੇ ਤੂੰ ਗਿਆਨੀ ਹੈਗਾ ਤੇ ਸੱਚ ਦਾ ਅੰਜਨ ਪਾਲਾ ਆਪਣੀ ਅੱਖਾਂ ਦੇ ਵਿੱਚ, ਤਾਂ ਉਹ ਦੇਖਣ ਹਾਰ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੂੰ ਦੇਖ ਲਏਗਾ ਪਿਆਰਿਆ। ਤਾਂ ਮਾਲਕ ਦੀ ਜਿਹੜੀ ਹੈਗੀ ਆ ਪਤੀ ਦਾ ਸਾਥ ਮਾਣ ਲਏਗਾ। ਗਿਆਨੀ ਅੰਜਨ ਸੱਚ ਕਾ ਦੇਖੈ ਦੇਖਣ ਹਾਰ, ਕਿਵੇਂ ਪਾਈਏ? ਗੁਰਮੁਖੇ ਪੂਜੈ ਜਾਣੀਏ ਹਉਮੈ ਗਰਭ ਨਿਵਾਰ, ਕਹਿੰਦੇ ਗੁਰੂ ਦੇ ਰਾਹੀਂ ਬੁੱਝ ਲਾ ਤੇ ਜਾਣ ਲਾ ਭਾਈ। ਆਪਣੀ ਹਉਮੈ ਦੂਰ ਕਰ ਲਾ, ਆਪਣਾ ਗਰਭ ਜਿਹੜਾ ਦੂਰ ਕਰ ਲਾ ਭਾਈ, ਅਹੰਕਾਰ। ਕਿਉਂਕਿ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਤਾਂ ਜਿਹੜਾ ਹੈਗਾ ਨਿਰਮਲ ਹੈਗਾ ਔਰ ਆਪਣੇ ਆਪਾਂ ਮੈਲ ਭਰੇ ਹੋਏ। ਜਦ ਤੱਕ ਜਿਹੜੇ ਹੈਗੇ ਆ ਇਹ ਮੈਲ ਨਹੀਂ ਜਾਂਦੀ ਪਾਏ, ਔਰ ਜਦ ਤੱਕ ਜਿਹੜਾ ਹੈਗਾ ਗਿਆਨ ਦਾ ਸੁਰਮਾ ਨਹੀਂ ਲੱਗ, ਸੱਚ ਦਾ ਸੁਰਮਾ ਅੱਖਾਂ 'ਚ ਨਹੀਂ ਪਾਉਂਦੇ ਤੇ ਪਤਾ ਨਹੀਂ ਲੱਗਦਾ। ਤਉ ਭਾਵਨ ਤਉ ਜੇਹੀਆਂ ਮੂੰਹ ਜੇਹੀਆਂ ਕੀਤੀਆਂ, ਮਾਲਕਾ ਤੈਨੂੰ ਤਾਂ ਤੇਰੇ ਵਰਗੀਆਂ ਚੰਗੀਆਂ ਲੱਗਦੀਆਂ ਜਿਹੜੀਆਂ ਆਪਣੀ ਮੈਲ ਹਉਮੈ ਦੀ ਮੈਲ ਜਿਹੜੀ ਹੈਗੀ, ਜਿਹੜੇ ਆਪਣੇ ਅੰਜਨ ਜਿਹੜਾ ਹੈਗਾ ਮੈਲ ਜਿਹੜੀਆਂ ਦੂਰ ਕਰਦੀਆਂ, ਨਾਮ ਦਾ ਸਾਬਣ ਵਰਤਦੀਆਂ, ਉਹ ਤੈਨੂੰ ਭਾ ਜਾਂਦੀਆਂ ਭਾਈ ਤੇਰੇ ਵਰਗੀਆਂ। ਤਉ ਭਾਵਨ
ਤਉ ਜਿਹੀਆਂ ਮੂੰਹ ਜਿਹੀਆਂ ਕੀਤੀਆਂ। ਮੇਰੇ ਵਰਗੀਆਂ ਤਾਂ ਕਹਿੰਦੇ ਕਰੋੜਾਂ ਹੀ ਅਰਬਾਂ ਹੀ ਫਿਰਦੀਆਂ ਭਾਈ। ਨਾਨਕ ਨਾਹ ਨਾ ਵਿਛੜੈ ਤਿੰਨ ਸੱਚੈ ਰਤੜੀਆਂ। ਔਰ ਜਿਹੜੀਆਂ ਤੇਰੇ ਵਰਗੀਆਂ ਹੈਗੀਆਂ ਉਹਨਾਂ ਤੋਂ ਤੂੰ ਦੂਰ ਨਹੀਂ ਜਾਂਦਾ ਭਾਈ। ਤੂੰ ਵਿਛੜਦਾ ਹੀ ਨਹੀਂ ਕਦੀ ਉਹਨਾਂ ਤੋਂ। ਨਾਹ ਕਹਿੰਦੇ ਪਤੀ ਪਰਮਾਤਮਾ। ਨਾਨਕ ਨਾਹ ਨਾ ਵਿਛੜੈ ਤਿੰਨ ਸੱਚੈ ਰਤੜੀਆਂ। ਉਹ ਤਾਂ ਤੇਰੇ ਨਾਲ ਸੱਚ ਦੇ ਨਾਲ ਰਤੀਆਂ ਹੋਈਆਂ। ਉਹ ਤਾਂ ਗੁਰੂ ਜੋ ਕਹਿ ਰਿਹਾ ਹੈ ਉਹ ਗੁਰੂ ਦੇ ਅਨੁਸਾਰ ਚੱਲਦੀਆਂ। ਅਗਲੀ ਅਸ਼ਟਪਦੀ ਮਾਰੂ ਮਹੱਲਾ ਪਹਿਲਾ। ਇਹਦੇ ਵਿੱਚ ਜਿਹੜੇ ਹੈਗੇ ਆਪਾਂ ਦੁਨੀਆ ਦੇ ਵਿੱਚ ਜਿੰਨੇ ਵੀ ਜਿਹੜੇ ਆਪਣੇ ਰਿਸ਼ਤੇਦਾਰੀਆਂ ਜੋ ਵੀ ਮਿੱਤਰ ਕਰਦੇ ਆ, ਜੋ ਵੀ ਮਿੱਤਰ ਬਣਾਉਂਦੇ ਆ ਭਾਈ, ਸਾਰਿਆਂ ਦਾ ਖੁਲਾਸਾ ਮਹਾਰਾਜ ਕਰ ਰਹੇ। ਮਾਰੂ ਮਹੱਲਾ ਪਹਿਲਾ। ਨਾ ਭੈਣਾਂ ਭਰਜਾਈਆਂ ਨਾ ਸੇ ਸੱਸੁੜੀਆਂ। ਦੁਨੀਆ ਦੇ ਵਿੱਚ ਆਏ ਆ ਤੇ ਨਾ ਤਾਂ ਭੈਣ ਤੇ ਨਾ ਭਰਜਾਈ ਤੇ ਨਾ ਸੱਸ। ਕਹਿੰਦੇ ਨਾ ਭਾਈ ਇਹ ਮਿੱਤਰ ਤੇਰੇ ਨਹੀਂ ਹੈਗੇ, ਇਹ ਤੇਰੇ ਮਿੱਤਰ ਨਹੀਂ ਹੈਗੇ। ਸੱਚਾ ਸਾਕ ਨਾ ਟੁੱਟਈ ਗੁਰ ਮੇਲੇ ਸਈਆਂ। ਪਿਆਰਿਆ, ਗੁਰੂ ਕੀ ਕਹਿ ਰਿਹਾ ਆ? ਗੁਰੂ ਜਿਹੜੀਆਂ ਸਖੀਆਂ ਨੂੰ ਮਿਲਾਉਂਦਾ ਆ, ਗੁਰੂ ਜਿਹੜੀ ਸਾਧ ਸੰਗਤ ਨੂੰ ਮਿਲਾਉਂਦਾ ਆ, ਜਿਹਦੇ ਨਾਲ ਤੂੰ ਭਗਤੀ ਕਰਦਾ ਹੈ, ਉਹ ਤੇਰੇ ਸੱਚੇ ਸਾਥੀ ਹੈਗੇ। ਉਹ ਤੇਰਾ ਸੱਚਾ ਸਾਕ ਹੈਗਾ। ਉਹ ਆ ਤੇਰਾ ਸੱਚੇ ਮਿੱਤਰ। ਸੱਚਾ ਸਾਕ ਨਾ ਟੁੱਟਈ ਗੁਰ ਮੇਲੇ ਸਈਆਂ। ਉਹ ਸਖੀਆਂ ਨੂੰ ਗੁਰੂ ਮਿਲਾਉਂਦਾ ਹੈ। ਬਲਿਹਾਰੀ ਗੁਰੂ ਆਪਣੇ ਸਦ ਬਲਿਹਾਰੇ ਜਾਓ। ਮੈਂ ਤਾਂ ਬਲਿਹਾਰ ਹਾਂ ਆਪਣੇ ਗੁਰੂ ਤੋਂ, ਹਮੇਸ਼ਾ ਬਲਿਹਾਰ ਜਾਵਾਂ ਜਿਹਨੇ ਮੈਨੂੰ ਦੱਸਿਆ ਭਾਈ। ਗੁਰ ਬਿਨ ਏਤਾ ਭਵ ਥਕੀ ਗੁਰ ਪਿਰ ਮੇਲਮ ਦਿੱਤਮ ਮਿਲਾਏ। ਗੁਰੂ ਤੋਂ ਬਗੈਰ ਤਾਂ ਮੈਂ ਤਾਂ ਪਤਾ ਨਹੀਂ ਕਦੋਂ ਦਾ ਜਿਹੜਾ ਹੈਗਾ ਜਦ ਦੀ ਦੁਨੀਆ ਬਣੀ ਹੈ ਭਵੀ ਜਾ ਰਿਹਾ। ਥੱਕ ਗਿਆ। ਗੁਰੂ ਨੇ ਮੈਨੂੰ ਮਿਲਾ ਦਿੱਤਾ ਪਰਮਾਤਮਾ ਦੇ ਨਾਲ। ਰਹਾਓ। ਗੁਰੂ ਨੇ ਸੱਚਾ ਸਾਕ ਦੱਸਿਆ, ਸੱਚੇ ਮਿੱਤਰ ਦੱਸੇ, ਸੱਚੀਆਂ ਸਈਆਂ ਦੱਸ ਦਿੱਤੀਆਂ। ਫੂਫੀ ਨਾਨੀ ਮਾਸੀਆਂ ਦੇਰ ਜਠਾਨੜੀਆਂ। ਆ ਫੂਫੀਆਂ ਤੇ ਨਾਨੀਆਂ ਤੇ ਮਾਸੀਆਂ ਤੇ ਦੇਰ ਜਠਾਣੀਆਂ, ਦਰਾਣੀਆਂ ਜਠਾਣੀਆਂ। ਆਵਨ ਵੰਜਨ ਨਾ ਰਹਿਣ ਪੂਰ ਭਰੇ ਪਹੀਆਂ। ਕਹਿੰਦੇ ਇਹਨਾਂ ਦਾ ਤਾਂ ਪਤਾ ਹੀ ਨਹੀਂ ਕਿੰਨੀਆਂ ਕੁ ਆਉਂਦੀਆਂ ਤੇ ਕਿੰਨੀਆਂ ਕੁ ਜਾਂਦੀਆਂ। ਪੂਰ ਦੇ ਪੂਰ ਭਰੇ ਹੋਏ ਆ। ਔਰ ਰਸਤੇ ਦੇ ਵਿੱਚ ਜਿਹੜੇ ਹੈਗੇ ਪਹੀਆਂ ਜਿਹੜੀਆਂ ਰਾਹ ਜਿਹੜੇ ਹੈਗੇ ਸਾਰੇ ਇਹਨਾਂ ਦੇ ਨਾਲ ਹੀ ਭਰੇ ਪਏ ਆ। ਕੋਈ ਆ ਰਹੇ ਤੇ ਕੋਈ ਜਾ ਰਹੇ। ਪਤਾ ਨਹੀਂ ਕਿੰਨੇ ਕੁ ਆ ਰਹੇ ਤੇ ਕਿੰਨੇ ਕੁ ਜਾ ਰਹੇ। ਮਾਮੇ ਤੇ ਮਾਮਾਣੀਆਂ ਭਾਇਰ ਬਾਪ ਨਾ ਮਾਓ। ਨਾ ਕੋਈ ਮਾਮਾ ਨਾ ਕੋਈ ਮਾਮੀ ਨਾ ਕੋਈ ਭਾਈ ਨਾ ਕੋਈ ਬਾਪ ਨਾ ਕੋਈ ਮਾਂ। ਕੋਈ ਪੱਕਾ ਸਾਥੀ ਨਹੀਂ ਹੈਗਾ। ਸਾਥ ਲੱਡੇ ਤਿੰਨ ਨਾਠੀਆਂ ਪੀੜ ਘਣੀ ਦਰਿਆਓ। ਇਸ ਸੰਸਾਰ ਦਰਿਆ ਦੇ ਕੰਢੇ ਦੇ ਉੱਤੇ ਇਹ ਜਿਹੇ ਜਿਹੜੇ ਹੈ ਨਾਠੀ ਕਹਿੰਦੇ ਆ, ਜਿਨ੍ਹਾਂ ਦਾ ਜਿਹੜੇ ਥੋੜ੍ਹੇ ਸਮੇਂ ਵਾਸਤੇ ਹੁੰਦੇ ਆ। ਕਹਿੰਦੇ ਇਹਨਾਂ ਦੇ ਤਾਂ ਘਣੇ ਸਾਥ ਆ। ਲੱਦੇ ਪਏ ਆ ਭਾਈ ਦਰਿਆ ਦੇ ਕੰਢੇ ਦੇ ਉੱਤੇ। ਕਿੰਨੇ ਕੁ ਤਿਆਰੀ ਖਿੱਚੀ ਬੈਠੇ। ਸਾਚੋ ਰੰਗ ਰੰਗਾਵਲੋ ਸਖੀ ਹਮਾਰੋ ਕੰਤ। ਕਹਿੰਦੇ ਸੱਚਾ ਹਮੇਸ਼ਾ ਜਿਹੜਾ ਹੈਗਾ ਸੱਚੇ ਰੰਗ ਚੜਾਉਣ ਵਾਲਾ, ਰੰਗ ਰੰਗੀਲਾ, ਕਹਿੰਦੇ ਉਹ ਮੇਰਾ ਪਤੀ ਪਰਮਾਤਮਾ ਹੈਗਾ ਭਾਈ। ਸੱਚੇ ਵਿਛੋੜਾ ਨਾ ਥੀਏ ਸੋ ਸ਼ਹੁ ਰੰਗ ਰਵੰਤ। ਉਹ ਹੈਗਾ ਸੱਚਾ ਸਾਥ, ਸੱਚਾ ਮਾਲਕ ਪਰਮਾਤਮਾ। ਸੱਚ ਦੇ ਨਾਲ ਜੁੜਾਂਗੇ ਤੇ ਮਾਲਕ ਤੋਂ ਨਹੀਂ ਵਿਛੜਾਂਗੇ। ਸੱਚੇ ਵਿਛੋੜਾ ਨਾ ਥੀਏ। ਸੱਚ ਦੇ ਨਾਲ ਜੁੜ ਗਏ, ਵਿਛੋੜਾ ਨਹੀਂ ਆਏਗਾ। ਜੀਵਨ ਦੇ ਵਿੱਚ ਸੱਚ ਨੂੰ ਲੈ ਕੇ ਆਈਏ ਆਪਾਂ। ਸੋ ਸ਼ਹੁ ਰੰਗ ਰਵੰਤ। ਉਹ ਮਾਲਕ ਪਰਮਾਤਮਾ ਦਾ ਰੰਗ ਚੜ ਜਾਂਦਾ। ਇਸ ਤਰ੍ਹਾਂ ਮਾਲਕ ਦੇ ਵਿੱਚ ਰੰਗਿਆ ਜਾਂਦਾ ਇਨਸਾਨ, ਮਾਲਕ ਦੀ ਯਾਦ ਦੇ ਵਿੱਚ। ਸਭੇ ਰੁੱਤੀ ਚੰਗੀਆਂ ਜਿਤ ਸੱਚੇ ਸਿਉ ਨੇਹੋ। ਸਾਰੀਆਂ ਰੁੱਤਾਂ ਚੰਗੀਆਂ ਆ ਭਾਈ। ਸਾਰੇ ਦਿਨ ਚੰਗੇ ਆ ਜੇ ਮਾਲਕ ਪਰਮਾਤਮਾ ਦੇ ਨਾਲ ਪਿਆਰ ਪੈ ਜਾਏ, ਸੱਚੇ ਦੇ ਨਾਲ। ਸਾ ਧਨ ਕੰਤ ਪਛਾਣਿਆ ਸੁਖ ਸੁੱਤੀ ਨਿਸ ਡੇ। ਉਹ ਜੀਵ ਇਸਤਰੀ ਨੇ ਮਾਲਕ ਨੂੰ ਪਛਾਣ ਲਿਆ ਜਿਹਨੇ, ਬਸ ਉਹ ਤਾਂ ਰਾਤ ਦਿਨ ਜਿਹੜਾ ਹੈਗਾ ਮਾਲਕ ਦਾ ਸਾਥ ਮਾਣਦੀ ਆ ਔਰ ਸੁੱਖ ਦੇ ਵਿੱਚ ਸੌਂਦੀ।
ਪੱਤਣੇ ਕੂਕੇ ਪਾਤਣੀ ਵੰਜੋ ਤਰੁਕ ਵਿਲਾੜ। ਗੁਰੂ ਮਲਾਹ ਸੰਸਾਰ ਸਮੁੰਦਰ ਦੇ ਪੱਤਣ ਦੇ ਉੱਤੇ ਕੂਕ ਰਿਹਾ ਹੈ। ਆ ਬਾਣੀ ਹੋਕਾ ਦੇ ਰਹੀ ਹੈ। ਵੰਜੋ ਤਰੁਕ ਵਿਲਾੜ, ਕਹਿੰਦੇ ਫਟਾਫਟ ਆ ਜਾਓ ਭਾਈ। ਆ ਨਾਮ ਦਾ ਜਹਾਜ਼ ਜਾ ਰਿਹਾ ਹੈ ਪਰਮਾਤਮਾ ਦੇ ਦਰ ਤੇ, ਪਾਰ ਜਾ ਰਿਹਾ ਜਹਾਜ਼ ਨਾਮ ਦਾ। ਵੰਜੋ ਆ ਜਾਓ, ਤਰੁਕ ਫਟਾਫਟ, ਵਿਲਾੜ ਚੜ ਜਾਓ ਜਹਾਜ਼ ਦੇ ਉੱਤੇ। ਪੱਤਣ ਕੂਕੇ ਪਾਤਣੀ ਵੰਜੋ ਤਰੁਕ ਵਿਲਾੜ। ਪਾਰ ਪਵੰਦੜੇ ਡਿੱਠ ਮੈਂ ਸਤਿਗੁਰ ਬੋਹਿਤ ਚਾੜ। ਆ ਨਾਮ ਦਾ ਬੋਰਡ ਜਿਹੜਾ ਜਹਾਜ਼ ਹੈਗਾ ਸਤਿਗੁਰੂ ਦਾ, ਇਹਦੇ ਤੇ ਕਹਿੰਦੇ ਮਹਾਰਾਜ ਕਹਿੰਦੇ ਮੈਂ ਤਾਂ ਦੇਖ ਰਿਹਾ ਇਸ ਤੇ ਲੋਕੀ ਪਾਰ ਹੋਈ ਜਾ ਰਹੇ। ਹਿੱਕ ਨਹੀਂ ਲੱਦਿਆ ਹਿੱਕ ਲੱਦ ਗਏ, ਹਿੱਕ ਭਾਰੇ ਪਰ ਨਾਲ। ਕ੍ਰਿਸ਼ਨ ਨੇ ਗੁਰੂ ਦਾ ਹੁਕਮ ਸੁਣ ਲਿਆ, ਲੱਦ ਲਿਆ ਭਾਈ, ਉਹ ਚੜ ਗਏ ਜਹਾਜ਼ ਤੇ। ਹਿੱਕ ਨਹੀਂ ਲੱਦੇ, ਇੱਕ ਤਿਆਰੀ ਖਿੱਚ ਲਈ, ਇੱਕ ਲੱਦ ਕੇ ਚੜ ਗਏ ਜਹਾਜ਼ ਦੇ ਉੱਤੇ। ਤੇ ਹਿੱਕ ਭਾਰੇ ਪਰ ਨਾਲ, ਇੱਕ ਜਿਹੜੇ ਹੈਗੇ ਉਹ ਬਸ ਇਹ ਮਾਇਆ ਦੇ ਨਾਲ, ਪਦਾਰਥਾਂ ਦੇ ਨਾਲ, ਇਹਨਾਂ ਦੇ ਨਾਲ ਹੀ ਜਿਹੜੇ ਹੈ ਆਪਣੇ ਜਿਹੜੇ ਹੈਗੇ ਕਾਰਨਸ਼ੀਲ ਜਿਹੜਾ ਹੈਗਾ ਇਹਨੂੰ ਵਧਾ ਰਹੇ। ਜੋ ਵੀ ਦੁਨੀਆ ਦਾ ਪਦਾਰਥ ਇਕੱਠੇ ਕੀਤੇ ਹੋਏ ਆਪਣੀ ਬੇੜੀ ਦੇ ਵਿੱਚ ਡੁੱਬ ਗਏ ਇੱਥੇ ਸੰਸਾਰ ਦੇ ਵਿੱਚ। ਇੱਕ ਭਾਰੇ ਪਰ ਨਾਲ, ਸੰਸਾਰ ਦੇ ਵਿੱਚ ਹੀ, ਪਰ ਨਾਲ ਦੇ ਵਿੱਚ ਹੀ, ਸਮੁੰਦਰ ਦੇ ਵਿੱਚ ਹੀ। ਜਿਨੀ ਸੱਚ ਵਣਜਿਆ ਸੇ ਸੱਚੇ ਪ੍ਰਭ ਨਾਲ। ਜਿਨ੍ਹਾਂ ਨੇ ਸੱਚ ਵਣਜ ਲਿਆ ਪਾਈ, ਆ ਨਾਮ ਤਨ ਸਤਿਗੁਰੂ ਦੇ ਬੋਹਿਤ ਤੇ ਚੜ ਗਏ, ਨਾਮ ਵਾਲੇ ਜਹਾਜ਼ ਤੇ। ਨਾਮ ਦਾ ਬੋਹਿਤ ਕੀ ਹੈਗਾ? ਧਿਆਨ ਸਿਮਰਨ, ਵਿਚਾਰ ਬੰਦ ਕਰਨੇ, ਆ ਨਾਮ ਦਾ ਬੋਹਿਤ ਹੈ। ਮਾਲਕ ਨੂੰ ਯਾਦ ਕਰਨਾ, ਇਹ ਨਾਮ ਦਾ ਬੋਹਿਤ ਹੈ। ਆਇਆ ਸੱਚ ਨੂੰ ਵਣਜਣਾ, ਕਹਿੰਦੇ ਉਹ ਪਾਰ ਹੋ ਗਏ ਅੱਗੇ ਪਾਰ। ਮਾਲਕ ਪਰਮਾਤਮਾ ਦਾ ਸਾਥ ਮਿਲ ਗਿਆ, ਪਤੀ ਦਾ ਸਾਥ ਮਿਲ ਗਿਆ। ਜਿਨੀ ਸੱਚ ਵਣਜਿਆ ਸੇ ਸੱਚੇ ਪ੍ਰਭ ਨਾਲ। ਨਾ ਹਮ ਚੰਗੇ ਆਖੀਏ ਬੁਰਾ ਨਾ ਦਿਸੇ ਕੋਏ। ਕਹਿੰਦੇ ਭਾਈ ਨਾ ਮੈਂ ਚੰਗਾ ਹੈਗਾ ਆ, ਨਾ ਹਮ ਚੰਗੇ ਆਖੀਏ, ਆਪਣੇ ਆਪ ਨੂੰ ਚੰਗਾ, ਮੈਂ ਚੰਗੇ ਨਹੀਂ, ਅਸੀਂ ਚੰਗੇ ਨਹੀਂ ਹੈਗੇ, ਔਰ ਬੁਰਾ ਵੀ ਕੋਈ ਨਹੀਂ ਹੈਗਾ। ਦੇਖੋ ਜੋਤ ਜਿਹੜੀ ਹੈਗੀ ਸਾਰਿਆਂ ਦੇ ਵਿੱਚ ਸੇਮ ਦੀ ਸੇਮ ਜੋਤ ਹੈਗੀ। ਫਰਕ ਕਿੱਥੇ ਹੈਗਾ? ਫਰਕ ਹੈਗਾ ਸੁਰਤ ਮਤ ਮਨ ਬੁੱਧ, ਇਹਨਾਂ ਦੇ ਵਿੱਚ ਫਰਕ ਹੈਗਾ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਵਤ ਨਾਨਕ ਤਾਰੇ ਸੋਏ। ਨਾ ਹਮ ਚੰਗੇ ਆਖੀਏ ਬੁਰਾ ਨਾ ਦਿਸੇ ਕੋਏ, ਨਾਨਕ ਹਉਮੈ ਮਾਰੀਏ ਸੱਚੇ ਜਿਹੜਾ ਸੋਏ। ਕਹਿੰਦੇ ਹਉਮੈ ਨੂੰ ਮਾਰ ਲਓ ਭਾਈ, ਸੱਚੇ ਜਿਹੜਾ ਸੋਏ ਉਹੀ ਉਸ ਮਾਲਕ ਪਰਮਾਤਮਾ ਵਰਗਾ ਹੋ ਜਾਂਦਾ ਭਾਈ, ਜਿਹੜਾ ਆਪਣੀ ਹਉਮੈ ਨੂੰ ਮਾਰ ਲੈਂਦਾ ਹੈ। ਨਾ ਹਮ ਚੰਗੇ ਆਖੀਏ ਬੁਰਾ ਨਾ ਦਿਸੇ ਕੋਏ, ਨਾਨਕ ਹਉਮੈ ਮਾਰੀਏ ਸੱਚੇ ਜਿਹੜਾ ਸੋਏ। ਅੱਜ ਦਾ ਆਖਰੀ ਜਿਹੜਾ ਹੈਗਾ ਸ਼ਬਦ ਮਾਰੂ ਮਹਲਾ ਪਹਿਲਾ, ਔਰ ਲੜੀ ਦਾ ਆਖਰੀ ਤੀਸਰਾ ਮੋਤੀ ਹੈਗਾ। ਮਾਰੂ ਮਹਲਾ ਪਹਿਲਾ। ਨਾ ਜਾਣਾ ਮੂਰਖ ਹੈ ਕੋਈ, ਨਾ ਜਾਣਾ ਸਿਆਣਾ। ਕਹਿੰਦੇ ਮੈਂ ਨਹੀਂ ਜਾਣਦਾ ਭਾਈ ਵੀ ਕੋਈ ਦੁਨੀਆ 'ਚ ਮੂਰਖ ਹੈਗਾ ਜਾਂ ਕੋਈ ਸਿਆਣਾ ਹੈਗਾ ਨਾ। ਕਹਿੰਦੇ ਸਾਰਿਆਂ ਦੇ ਵਿੱਚ ਇੱਕੋ ਹੀ ਜੋਤ ਹੈ, ਸਾਰਿਆਂ ਦੇ ਵਿੱਚ ਉਹੀ ਜੋਤ ਹੈ ਭਾਈ, ਸਾਰਿਆਂ ਦੇ ਵਿੱਚ ਉਹੀ ਜੋਤ ਹੈ। ਗੇਮ ਹੈ ਮਾਲਕ ਪਰਮਾਤਮਾ ਦੀ, ਔਰ ਉਹਨਾਂ ਦਾ ਆਪਣਾ ਆਪਣਾ ਕਾਰਨਸ਼ੀਲ ਹੈਗੀ। ਸੁਰਤ ਮਤ ਮਨ ਬੁੱਧ ਅਲੱਗ ਅਲੱਗ ਹੈਗੀ ਭਾਈ, ਪਰਮੂਟੇਸ਼ਨ ਕੰਬੀਨੇਸ਼ਨ। ਨਾ ਜਾਣਾ ਮੂਰਖ ਹੈ ਕੋਈ, ਨਾ ਜਾਣਾ ਸਿਆਣਾ, ਸਦਾ ਸਾਹਿਬ ਕੇ ਰੰਗੇ ਰਾਤਾ ਅੰਨ ਦਿਨ ਨਾ ਵਖਾਣਾ। ਕਹਿੰਦੇ ਬਸ ਜਿਹੜਾ ਆ ਸੋਚਦਾ ਹੈ, ਜਿਹਦੇ ਅੰਦਰ ਆ ਵਿਚਾਰ ਆ ਗਈ, ਤੇ ਉਹਦਾ ਵਿਚਾਰ ਕਿਵੇਂ ਜਾਣਗੇ ਭਾਈ? ਉਹ ਪਰਮੇਸ਼ਰ ਦੇ ਰੰਗ ਦੇ ਵਿੱਚ ਰਤਿਆ ਰਹੂਗਾ ਔਰ ਨਾਮ ਵਖਾਣਦਾ ਰਹੂਗਾ। ਸਦਾ ਸਾਹਿਬ ਕੇ ਰੰਗੇ ਰਾਤਾ ਅੰਨ ਦਿਨ ਨਾਮ ਵਖਾਣਾ। ਬਾਬਾ ਮੂਰਖ ਹਾਂ ਨਾ ਮੈਂ ਬਲ ਜਾਉ। ਮੈਂ ਮੂਰਖ ਹਾਂ ਭਾਈ, ਮੈਂ ਮੂਰਖ ਹੈਗਾ ਆ, ਮੈਂ ਤਾਂ ਨਾਮ ਤੋਂ ਬਲਿਹਾਰ ਜਾਣਾ ਹੈ, ਮੈਂ ਤਾਂ ਨਾਮ ਤੋਂ ਬਲਿਹਾਰ ਜਾਣਾ ਹੈ। ਤੂੰ ਕਰਤਾ ਤੂੰ ਦਾਨਾ ਬਿਨਾ ਤੇਰੇ ਨਾਮ ਮੈਂ ਤਰਾਉ ਰਹਾਓ। ਤੂੰ ਕਰਨ ਵਾਲਾ ਆ, ਤੂੰ ਸਭ ਕੁਝ ਜਾਣਨ ਵਾਲਾ ਆ, ਦਾਨਾ ਬੁੱਧੀਮਾਨ, ਬੀਨਾ ਸਾਰਾ ਕੁਝ ਦੇਖਣ ਵਾਲਾ ਹੈਗਾ ਆ। ਤੇਰੇ ਨਾਮ ਦੇ ਨਾਲ ਮੈਂ ਤਰ ਸਕਦਾ ਹਾਂ। ਰਹਾਓ
ਮੂਰਖ ਸਿਆਣਾ ਏਕ ਹੈ, ਏਕ ਜੋਤ ਦੋਇ ਨਾਉ। ਮੂਰਖ ਤੇ ਸਿਆਣਾ ਇੱਕੋ ਹੀ ਹੈ ਭਾਈ, ਇੱਕੋ ਹੀ ਜੋਤੀ ਹੈਗੀ, ਦੋਨਾਂ ਦੇ ਵਿੱਚ ਇੱਕੋ ਹੀ ਜੋਤੀ ਹੈ। ਦੋ ਨਾਮ ਹੈ ਅਲੱਗ-ਅਲੱਗ, ਹੈ ਦੋਨਾਂ ਦੇ ਵਿੱਚ ਇੱਕੋ ਹੀ ਜੋਤ। ਮੂਰਖ ਸਿਆਣਾ ਏਕ ਹੈ, ਏਕ ਜੋਤ ਦੋਇ ਨਾਉ। ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾਹੀ ਨਾਉ। ਬਸ ਦੁਨੀਆ ਦੇ ਵਿੱਚ ਸਿਰੇ ਦਾ ਮੂਰਖ ਹੈ, ਸਭ ਤੋਂ ਸਿਰੇ ਦਾ ਮੂਰਖ ਉਹ ਹੈਗਾ ਜਿਹੜਾ ਕਿ ਪਰਮੇਸ਼ਰ ਦੀ ਹਸਤੀ ਨੂੰ ਨਹੀਂ ਮੰਨਦਾ, ਜਿਹੜਾ ਇਸ ਸੰਸਾਰ ਤੋਂ ਨਿਕਲਣ ਦੇ ਵਾਸਤੇ ਧਿਆਨ ਸਿਮਰਨ ਨੂੰ ਨਹੀਂ ਮੰਨਦਾ, ਇਹ ਵਿਚਾਰ ਬੰਦ ਕਰਨ ਨੂੰ ਨਹੀਂ ਮੰਨਦਾ, ਆਪਣੇ ਅੰਦਰ ਵੜਨ ਨੂੰ ਨਹੀਂ ਮੰਨਦਾ। ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾਹੀ ਨਾਉ। ਮੂਰਖਾਂ ਦਾ ਸਰਦਾਰ ਹੈ ਭਾਈ। ਮੂਰਖ ਸਿਆਣਾ ਏਕ ਹੈ, ਏਕ ਜੋਤ ਦੋਇ ਨਾਉ। ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾਹੀ ਨਾਉ। ਹੁਣ ਦੱਸ ਰਹੇ ਵੀ ਨਾਮ ਕਿੱਥੋਂ ਮਿਲਦਾ ਹੈ, ਕਿਵੇਂ ਮਿਲਦਾ ਹੈ? ਗੁਰਦੁਆਰੇ ਨਾਉ ਪਾਈਏ, ਬਿਨ ਸਤਿਗੁਰ ਪੱਲੇ ਨਾ ਪਾਏ। ਨਾਮ ਮਿਲਣਾ ਹੈ ਪਾਏ ਗੁਰੂ ਕੋਲੋਂ, ਬ੍ਰਹਮ ਗਿਆਨੀਆਂ ਕੋਲੋਂ, ਗੁਰੂ ਦੇ ਦੁਆਰੇ ਤੋਂ ਨਾਮ ਮਿਲਣਾ ਹੈ। ਬਗੈਰ ਸਤਿਗੁਰੂ ਤੋਂ ਨਾਮ ਨਹੀਂ ਮਿਲ ਸਕਦਾ। ਸਤਿਗੁਰ ਕੇ ਭਾਣੇ ਕਿਵੇਂ ਮਿਲਦਾ ਹੈ? ਸਤਿਗੁਰ ਕੇ ਭਾਣੇ ਮਨ ਵਸੈ, ਤਾਂ ਅਹਨਿਸ ਰਹੇ ਲਿਵ ਲਾਏ। ਸਤਿਗੁਰੂ ਦਾ ਭਾਣਾ ਜਿਹੜਾ ਮਨ, ਜਿਹਦੇ ਮਨ 'ਚ ਵਸ ਗਿਆ, ਸਤਿਗੁਰ ਕੇ ਭਾਣੇ ਮਨ ਵਸੈ, ਨਾਮ ਮਨ ਦੇ ਵਿੱਚ ਵਸ ਜਾਏਗਾ ਤੇ ਰਾਤ ਦਿਨ ਲਿਵ ਲੱਗ ਜਾਏਗੀ, ਉਹਦੀ ਵਿਚਾਰ ਬੰਦ ਹੋ ਜਾਣਗੇ। ਰਾਜੰਗ ਰੰਗੰਗ ਰੂਪੰਗ ਮਾਲੰਗ ਜੋਬਨ ਤੇ ਜੁਆਰੀ। ਰਾਜੰਗ ਰੰਗੰਗ ਰੂਪੰਗ ਮਾਲੰਗ ਜੋਬਨ ਤੇ ਜੁਆਰੀ, ਜਿਹੜੇ ਦੁਨੀਆ ਦੇ ਵਿੱਚ ਰਾਜ ਦੇ ਨਾਲ ਆ ਰੰਗ ਤਮਾਸ਼ੇ ਦੁਨੀਆ ਦੇ, ਇਹਨਾਂ ਦੇ ਉੱਤੇ ਜਾਂਦੇ ਆ, ਰੂਪ ਦੇ ਉੱਤੇ ਜਾਂਦੇ ਆ, ਮਾਲ ਇਹ ਪਦਾਰਥਾਂ ਦੇ ਉੱਤੇ ਜਾਂਦੇ ਆ, ਤੇ ਆਪਣੀ ਜਵਾਨੀ ਦੇ ਉੱਤੇ ਜਾਂਦੇ ਆ। ਕਹਿੰਦੇ ਉਹ ਤਾਂ ਪੱਕੇ ਦੇ ਪੱਕੇ ਜੁਆਰੀ ਹੈਗੇ ਆ, ਉਹ ਪੱਕੇ ਦੇ ਪੱਕੇ ਜੁਆਰੀ ਹੈਗੇ। ਉਹ ਆਪਣਾ ਜਿਹੜਾ ਹੈਗਾ ਮਨੁੱਖੀ ਜੂਨ ਜਿਹੜੀ ਹੈਗੀ ਦਾਅ 'ਤੇ ਲਾ ਰਹੇ ਆ। ਰਾਜੰਗ ਰੰਗੰਗ ਰੂਪੰਗ ਮਾਲੰਗ ਜੋਬਨ ਤੇ ਜੁਆਰੀ, ਉਹ ਜੁਆਰੀ ਹੈਗੇ ਭਾਈ, ਜਿਹੜੇ ਆਹ ਚੀਜ਼ਾਂ ਨੂੰ ਵੰਜਦੇ ਆ। ਆ ਸ਼ਤਰੰਜ ਆ ਗੇਮ ਆ ਮਾਲਕ ਪਰਮਾਤਮਾ ਦੀ। ਇੱਥੇ ਆ ਕੇ ਜਿਹੜੇ ਰਾਜੰਗ ਰੰਗੰਗ ਰੂਪੰਗ ਮਾਲੰਗ ਜੋਬਨ, ਇਹਨਾਂ ਨੂੰ ਹੀ ਵਰਤਦੇ ਆ, ਇਹਨਾਂ ਦੇ ਉੱਤੇ ਹੀ ਜਿਹੜੇ ਹੈਗੇ। ਆਪਾਂ ਦੇਖ ਲਈਏ 24 ਘੰਟੇ ਆਪਾਂ ਇਹਨਾਂ ਦੇ ਵਿੱਚ ਹੀ ਘੁੰਮਾਂਗੇ। ਰਾਜੰਗ ਰੰਗੰਗ ਰੂਪੰਗ ਮਾਲੰਗ ਜੋਬਨ ਤੇ ਜੁਆਰੀ, ਹੁਕਮੀ ਬਾਂਦੇ ਪਾਸੇ ਖੇਲੇ ਚੌਪੜੇ ਕਾ ਸਾਰੀ। ਕਹਿੰਦੇ ਹੁਕਮ ਦੇ ਵਿੱਚ ਆ ਮਾਲਕ ਨੇ ਜਿਹੀ ਜੀ ਗੇਮ ਬਣਾਈ ਹੋਈ ਆ, ਉਸ ਦੇ ਅਨੁਸਾਰ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਹੈਗਾ ਆ ਜਿਹੜੀ ਚੀਜ਼ ਫੜ ਲਈ ਆ। ਮਾਇਆ ਜਿਹੜੀ ਹੈਗੀ ਆ, ਮਾਇਆ ਨੂੰ ਜਿਹੜਾ ਹੈਗਾ ਪ੍ਰਾਇਰਟੀ ਦੇ ਦਿੱਤੀ ਇਹਨਾਂ ਨੇ। ਇਹਨਾਂ ਦੀ ਜਿਹੜੀ ਹੈਗੀ ਚਾਲ ਜਿਹੜੀ ਹੈਗੀ ਸਾਰੀ ਜਿਹੜੀ ਹੈਗੀ ਆ ਚੌਪੜ ਦੇ ਵਿੱਚ, ਗੇਮ ਦੇ ਵਿੱਚ ਜਿਹੜਾ ਇਹ ਇੱਕੋ ਹੀ ਗੋਟੀ, ਇੱਕੋ ਟਾਈਪ ਦੀ ਗੋਟੀ ਸੁੱਟਦੇ, ਇੱਕੋ ਹੀ ਚਾਲ ਚੱਲਦੇ ਆ ਭਾਈ। ਬਸ ਆ ਮਾਲ ਪਦਾਰਥ ਦੁਨੀਆ ਦੇ 'ਚ ਹੋ ਗਏ ਸੁਆਦਾਂ ਦੀ। ਬਸ ਆ ਰਾਜ ਦੀ, ਰੂਪ ਦੀ, ਰੰਗ ਦੀ, ਰੂਪ ਦੀ, ਮਾਲ ਦੀ, ਜੋਬਨ ਦੀ, ਆਹੀ ਗੋਟੀਆਂ ਸੁੱਟਦੇ ਆ। ਬਸ ਇੱਕੋ ਟਾਈਪ ਦੀ ਗੋਟੀ ਸੁੱਟਦੇ ਆ। ਇਹਨਾਂ ਨੂੰ ਭਗਤੀ ਪਰਮਾਤਮਾ ਦੇ ਬੰਦਗੀ ਦੀ ਗੋਟੀ ਨਹੀਂ ਆਉਂਦੀ। ਰਾਜੰਗ ਰੰਗੰਗ ਰੂਪੰਗ ਮਾਲੰਗ ਜੋਬਨ ਤੇ ਜੁਆਰੀ, ਹੁਕਮੀ ਵਾਦੇ ਪਾਸੇ ਖੇਲੇ ਚੌਪੜੇ ਕਾ ਸਾਰੀ। ਇੱਕੋ ਹੀ ਸਾਰ ਹੈ ਇਹਨਾਂ ਦੀ ਬਸ। ਔਰ ਫਿਰ ਜਗ ਚਤੁਰ ਸਿਆਣਾ ਪਰਮੇ ਪੁਲਾਣਾ, ਨਾਉ ਪੰਡਿਤ ਪੜੇ ਗਵਾਰੀ। ਦੇਖ ਲਓ ਭਾਈ, ਕਹਿੰਦੇ ਆਪਣੇ ਆਪ ਨੂੰ ਫਿਰ ਚਤੁਰ ਸਿਆਣਾ ਵੀ ਸਮਝਦਾ ਹੈ ਭਾਈ ਇਨਸਾਨ। ਪਰਮ ਦੇ ਵਿੱਚ ਪੂਰਾ ਭੁੱਲਿਆ ਪਿਆ ਹੈ। ਔਰ ਨਾਮ ਜਿਹੜਾ ਹੈਗਾ ਗਿਆਨੀ ਹੈਗਾ, ਇਹਦਾ ਪੰਡਤ ਹੈਗਾ। ਨਾਉ ਪੰਡਿਤ ਪੜੇ ਗਵਾਰੀ। ਔਰ ਪੜ੍ਹ ਕੀ ਰਿਹਾ ਹੈ, ਕਰ ਕੀ ਰਿਹਾ ਹੈ? ਕਹਿੰਦੇ ਗਵਾਰ ਪੁਣਾ। ਕਾਹਦਾ ਪੰਡਿਤ ਹੈਗਾ ਭਾਈ? ਨਾਉ ਵਿਸਾਰੇ ਵੇਦ ਸੰਭਾਲੇ, ਬਿਖ ਭੂਲੇ ਲੇਖਾਰੀ। ਲੇਖਾਰੀ ਜਿਹੜੇ ਲਿਖਣ ਵਾਲੇ ਨਹੀਂ ਹੈਗੇ। ਲੇਖਾਰੀ ਦਾ ਮਤਲਬ ਹੈਗਾ ਜਿਹੜਾ ਕਿ ਗਿਆਨੀ, ਜਿਹੜਾ ਪੰਡਤ। ਨਾਉ ਵਿਸਾਰੇ ਵੇਦ ਸੰਭਾਲੇ, ਆ ਵੇਦ ਸੰਭਾਲੇ, ਗਿਆਨ ਨੂੰ ਸੰਭਾਲ ਲਿਆ ਤੇ ਨਾਮ ਨੂੰ ਭੁਲਾ ਦਿੱਤਾ। ਬਸ
ਕੱਲਾ ਗਿਆਨ, ਕੱਲਾ ਪਾਠ। ਨਾਉ ਵਿਸਾਰੇ ਵੇਦ ਸੰਭਾਲੇ, ਬਿਖ ਭੂਲੇ ਲੇਖਾਰੀ। ਕਹਿੰਦੇ ਇਹ ਤਾਂ ਗਿਆਨੀ ਭੁੱਲ ਗਿਆ ਭਾਈ, ਜ਼ਹਿਰ ਦੇ ਵਿੱਚ, ਬਿਖ ਦੇ ਵਿੱਚ ਆ ਭੁੱਲਿਆ ਹੋਇਆ। ਪਹਿਲੀ ਪਾਤਸ਼ਾਹੀ ਜਿਹੜੀ ਹੈਗੀ ਆ ਗਿਆਨ ਦੇ ਕੇ ਗਈ ਆਪਾਂ ਨੂੰ ਭਾਈ। ਕਲਰ ਖੇਤੀ ਤਰਵਰ ਕੰਠੇ, ਬਾਗਾ ਪਹਿਰੇ ਕਜਲ ਚਰੇ। ਕਹਿੰਦੇ ਕਰ ਕੀ ਰਿਹਾ ਹੈ ਤੂੰ, ਜਿਹੜਾ ਕਲਰ ਦੇ ਵਿੱਚ, ਕਲਰ ਦੀ ਖੇਤੀ ਕਰ ਰਿਹਾ, ਕਲਰ ਦੇ ਵਿੱਚ ਤਾਂ ਇੱਕ ਦਾਣਾ ਵੀ ਨਹੀਂ ਉੱਗੂਗਾ। ਤਰਵਰ ਕੰਠੇ, ਤੂੰ ਜਿਹੜਾ ਹੈਗਾ ਉਸ ਦਰਖਤ ਦੇ ਨਾਲ ਜੁੜਿਆ ਜਿਹੜਾ ਦਰਿਆ ਦੇ ਕੰਢੇ ਦੇ ਉੱਤੇ ਹੈਗਾ। ਬਾਗਾ ਪਹਿਰੇ ਔਰ ਐਸੇ ਜਿਹੜੇ ਹੈਗੇ ਆਪਣੇ ਆਪ ਨੂੰ ਜਿਹੜੇ ਹੈਗੇ ਚਿੱਟੇ ਕੱਪੜੇ ਪਾਉਣ ਦੀ ਕੋਸ਼ਿਸ਼ ਕਰ ਰਹੇ ਆ। ਉਹ ਕੱਜਲ ਦੀ ਕੋਠੜੀ ਦੇ ਵਿੱਚ ਕੱਜਲ ਚਾਰੋਂ ਪਾਸੇ ਡਿੱਗ ਰਿਹਾ ਹੈ, ਕਿਵੇਂ ਬਚਾ ਲੇਗਾ ਆਪਣੇ ਆਪ ਨੂੰ ਭਾਈ? ਇਹਦੇ ਵਿਸ਼ੇ ਵਿਕਾਰਾਂ ਦਾ ਕੱਜਲ ਡਿੱਗ ਰਿਹਾ ਹੈ ਹਰ ਪਾਸੇ। ਜਿਹੜਾ ਹੈਗਾ ਅੱਖਾਂ ਖੋਲ੍ਹੋ, ਜਿੱਧਰ ਨੂੰ ਤੁਰੋ ਉਧਰ ਹੀ ਮਾਇਆ ਖਿਲਰੀ ਪਈ ਹੈ, ਉਧਰ ਹੀ ਜਿਹੜੀ ਮੈਲ ਲੱਗਦੀ ਹੈ। ਫਿਰ ਕਿਸ ਤਰੀਕੇ ਦੇ ਨਾਲ ਬਚ ਸਕਦੇ ਆ ਭਾਈ? ਆ ਜਿਹੜੀ ਕਲਰ ਦੀ ਖੇਤੀ ਕਰਕੇ ਔਰ ਉਹ ਦਰਖਤ ਜਿਹੜਾ ਹੈਗਾ ਜਿਹੜਾ ਦਰਿਆ ਦੇ ਕੰਢੇ ਤੇ ਹੈ। ਇਹ ਸੰਸਾਰ ਤਿਸੈ ਕੀ ਕੋਠੀ, ਜੋ ਪੈਸੇ ਸੋ ਗਰਭ ਜਰੈ ਆਇਆ। ਤਿਸੈ ਕਹਿੰਦੇ, ਤਿਸੈ ਮਤਲਬ ਮਾਲਕ ਦੀ ਕੋਠੀ ਹੈਗੀ ਨਹੀਂ, ਤਿਸੈ ਮਤਲਬ ਤ੍ਰਿਸ਼ਨਾ ਦੀ ਕੋਠੀ ਹੈਗੀ ਹੈ, ਪਦਾਰਥ ਦੀ ਭੁੱਖ ਦੀ ਕੋਠੀ ਹੈਗੀ ਇਹ ਸੰਸਾਰ। ਇਹ ਸੰਸਾਰ ਤਿਸੈ ਕੀ ਕੋਠੀ, ਬਸ ਇਸ ਦੇ ਵਿੱਚ ਸਿਰਫ ਤ੍ਰਿਸ਼ਨਾ 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 ਹੀ ਹੈਗੀ। ਇਹ ਸੰਸਾਰ ਤਿਸੈ ਕੀ ਕੋਠੀ, ਜੋ ਪੈਸੇ ਸੋ ਗਰਭ ਜਰੇ। ਜਿਹੜਾ ਵੀ ਇਹਦੇ ਵਿੱਚ ਆਉਂਦਾ ਆ ਬਸ ਉਹ ਗਰਭ ਦੇ ਨਾਲ ਸੜ ਜਾਂਦਾ, ਉਹਦਾ ਮਨੁੱਖੀ ਜੂਨ ਚਲੇ ਜਾਂਦੀ ਹੈ ਇਹ ਤ੍ਰਿਸ਼ਨਾ ਦੇ ਵਿੱਚ। ਰਈਅਤ ਰਾਜੇ ਕਹਾਂ ਸਬਾਏ, ਦੋ ਅੰਤਰ ਸੋ ਜਾਸੀ। ਕਹਿੰਦੇ ਦੇਖ ਲਓ, ਕੋਈ ਰਈਅਤ ਜਾਂ ਰਾਜਾ, ਪ੍ਰਜਾ ਤੇ ਰਾਜਾ, ਸਾਰੇ ਦੇਖ ਲਓ ਕਿੱਥੇ ਆ? ਸਾਰੇ ਦੇ ਸਾਰੇ ਪਾਏ, ਸਾਰੇ ਦੇ ਸਾਰੇ ਜੀਵਨ ਮਨੁੱਖੀ ਜੂਨ ਸੜ ਰਹੀ ਹੈ ਸਾਰਿਆਂ ਦੀ। ਰਈਅਤ ਰਾਜੇ ਕਹਾਂ ਸਬਾਏ, ਦੋ ਅੰਤਰ ਸੋ ਜਾਸੀ। ਕਹਿੰਦੇ ਜਿਹੜਾ ਵੀ ਇਸ ਡੁਐਲਿਟੀ ਮਾਇਆ ਦੇ ਵਿੱਚ ਪਰਮਾਤਮਾ ਨੂੰ ਛੱਡ ਕੇ ਮਾਇਆ ਜਿਹਨੇ ਚੂਜ਼ ਕਰ ਲਈ, ਉਹ ਆਪਣਾ ਜੀਵਨ ਗਵਾ ਕੇ ਜਾਏਗਾ। ਰਈਅਤ ਰਾਜੇ, ਭਾਵੇਂ ਕੋਈ ਰਾਜਾ ਹੈ ਭਾਵੇਂ ਕੋਈ ਪ੍ਰਜਾ ਹੈ, ਜਿਹੜਾ ਮਰਜੀ ਹੋਏ। ਰਈਅਤ ਰਾਜੇ ਕਹਾਂ ਸਬਾਏ, ਦੋ ਅੰਤਰ ਸੋ ਜਾਸੀ। ਕਹਿਤ ਨਾਨਕ ਗੁਰ ਸੱਚੇ ਕੀ ਪੌੜੀ, ਰਹਸੀ ਅਲਖ ਨਿਵਾਸੀ। ਕਹਿੰਦੇ ਆ ਇੱਕ ਜਿਹੜੀ ਹੈ ਗੁਰੂ ਦੀ ਸੱਚੀ ਪੌੜੀ ਹੈਗੀ ਭਾਈ, ਸੱਚੇ ਗੁਰੂ ਦੀ ਸੱਚੀ ਪੌੜੀ ਹੈਗੀ। ਆ ਬੰਦਗੀ ਵਾਲੀ, ਧਿਆਨ ਸਿਮਰਨ ਵਾਲੀ, ਪ੍ਰੇਮਾ ਭਗਤੀ ਵਾਲੀ। ਕਹਿਤ ਨਾਨਕ ਗੁਰ ਸੱਚੇ ਕੀ ਪੌੜੀ, ਰਹਸੀ ਅਲਖ ਨਿਵਾਸੀ। ਜਿਹੜਾ ਵੀ ਇਹ ਪੌੜੀ ਫੜ ਲੂਗਾ ਭਾਈ, ਉਹ ਖੁਸ਼ਹਾਲ ਹੋ ਜਾਏਗਾ ਔਰ ਬਚ ਜਾਏਗਾ। ਔਰ ਅਲਖ ਜਿਹੜਾ ਨਹੀਂ ਲਿਖਿਆ ਜਾਂਦਾ, ਉਹ ਮਾਲਕ ਪਰਮਾਤਮਾ ਉਹਦੇ ਮਹਿਲ ਦੇ ਵਿੱਚ, ਉਹਦੇ ਘਰ ਦੇ ਵਿੱਚ ਵਾਸ ਕਰ ਲਏਗਾ। ਉਹ ਨਿਵਾਸੀ ਹੋ ਜਾਏਗਾ ਭਾਈ ਉਸ ਦੇਸ਼ ਦਾ, ਮਾਲਕ ਦੇ ਦੇਸ਼ ਦਾ। ਬੇਗਮਪੁਰਾ ਸ਼ਹਿਰ ਕੋ ਨਾਮ। ਆ ਜੀ 3 ਪਹਿਲੀ ਪਾਤਸ਼ਾਹੀ ਦੇ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ, ਸਾਧ ਸੰਗਤ ਜੀਓ। ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਗੁਰੂ ਪਿਆਰੀ ਸਾਧ ਸੰਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਹਾਂਜੀ ਜੁਗਰਾਜ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਅੱਜ ਦਾ ਗਿਆਨ ਜੀਵ ਨੂੰ ਮਤਲਬ
ਬਹੁਤ ਹੀ ਸਮਝ ਦੇਣ ਵਾਲਾ ਜੀ। ਬਹੁਤ ਜੀ, ਬਹੁਤ ਬਹੁਤ। ਅੱਜ ਦੇ ਤਿੰਨ ਚਾਰੇ ਮਤਲਬ ਅਸਪਦੀਆਂ ਹਾਂਜੀ ਹਾਂਜੀ, ਮਤਲਬ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਜੀ। ਬਹੁਤ। ਮੇਜਰ ਸਾਹਿਬ ਹਾਂਜੀ, ਅੱਜ ਰਾਤ ਨੂੰ ਨਾ ਉਹ ਅਰਦਾਸ ਕਰਾਉਣੀ ਆ, ਉਹ ਬੇਟੇ ਦੇ ਨਾ ਆਪਰੇਸ਼ਨ ਕਰਾਏ ਸੀ ਦੋਨੋਂ, ਅੱਛਾ ਜੀ, ਠੀਕ ਹੋ ਗਏ। ਬਹੁਤ ਵਧੀਆ ਜੀ, ਬਹੁਤ ਸ਼ੁਕਰਾਨੇ ਦੀ ਅਰਦਾਸ ਕਰਾਉਣੀ ਹੈ ਅੱਜ। ਠੀਕ ਹੈ ਜੀ, ਠੀਕ ਹੈ ਜੀ। ਵੀਰ ਜੀ, ਹਾਂਜੀ ਹਾਂਜੀ ਵੀਰ ਜੀ, ਹਾਂਜੀ, ਬੋਲੋ ਜੀ। ਵੀਰ ਜੀ, ਹਾਂਜੀ 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 ਮੈਂ ਵੀ ਅਰਦਾਸ ਕਰਾਉਣੀ ਹੈ। ਹਾਂਜੀ ਮੈਂ ਬੋਲੋ। ਇੰਗਲੈਂਡ ਆ। ਹਾਂਜੀ, ਮੇਰੇ ਭਤੀਜਾ ਜਾਣਦੇ ਨੇ ਆ, ਉਹਨਾਂ ਨਾਂ ਦੇ ਅਰਦਾਸ ਕਰ ਲੰਬੇ ਲੰਬੇ ਹੋਣ ਗਿਆ। 60 ਬਰਥਡੇ ਆ। ਤੁਹਾਡੇ ਸੁਰਜੀਤ ਸਿੰਘ ਹੈ ਉਹਦਾ ਨਾਂ। ਭਤੀਜੇ ਦੀ ਅਰਦਾਸ ਕਰਾਉਣੀ? ਸੁਰਜੀਤ ਸਿੰਘ। ਹਾਂਜੀ ਹਾਂਜੀ, ਕੀ ਥੈਂਕ ਯੂ ਵੀਰ ਜੀ। ਨਹੀਂ, ਕੀ ਕਹਿਣਾ ਹੈ? ਅਰਦਾਸ ਕੀ ਕਰਨੀ, ਕੀ ਅਰਦਾਸ ਕਰਨੀ ਹੈ ਮੈਨੂੰ ਦੱਸ ਦਿਓ। ਹਾਂਜੀ, ਸੁਰਜੀਤ ਸਿੰਘ ਉਹਦਾ ਨਾਮ ਹੈ। ਹਾਂਜੀ ਹਾਂਜੀ, ਤੇ ਉਹਨਾਂ ਜਾਣਦੇ ਨੇ ਆ। ਅੱਛਾ ਜੀ, ਠੀਕ ਹੈ ਜੀ। ਹਾਂਜੀ ਹਾਂਜੀ, ਓਕੇ ਓਕੇ। ਵਾਹਿਗੁਰੂ ਜੀ ਕਾ ਖਾਲਸਾ। ਜਨਮ ਦਿਨ ਆ ਵੀਰ ਜੀ। ਹਾਂਜੀ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਦੇ ਗਿਆਨ ਨੂੰ ਅਸੀਂ ਦੁਨਿਆਵੀ ਕੰਮਾਂ ਵਾਸਤੇ ਵਰਤ ਰਹੇ ਹਾਂ ਜੀ। ਨਹੀਂ ਚਲੋ, ਮੈਂ ਵਿਸ਼ ਦੇਣੀ ਚਾਹੁੰਦੀ ਉਹਨਾਂ ਨੂੰ, ਗੁੱਡ ਵਿਸ਼ੇਸ। ਬੇਸਿਕ ਉਹਨਾਂ ਗੁੱਡ, ਅਸੀਂ ਇੰਗਲੈਂਡ ਆਏ, ਉਹਨੂੰ ਗੁੱਡ ਵਿਸ਼ ਦੇਣ ਲਈ ਆਈਆਂ। ਮੈਂ ਕਿ ਤੁਹਾਡੀਆਂ ਵੀ ਗੁੱਡ ਵਿਸ਼ ਨਾਲ ਲੱਗ ਜਾਣਗੀਆਂ। ਸਿੱਖੀ, ਸਭ ਟੂ ਯੂ, ਜੇ ਨਹੀਂ ਤਾਂ ਠੀਕ ਹੈ। ਨਹੀਂ ਸਿੱਖੀ ਜੀਵਨ ਮਿਲ ਜਾਏ ਬਈ, ਇਹੀ ਇਹਨਾਂ ਦੀ ਮੰਗ ਹੈਗੀ ਵੀ ਬੱਚੇ ਨੂੰ ਜਿਹੜਾ ਹੈਗਾ ਸਿੱਖੀ ਰੱਬ ਵਾਲੇ ਪਾਸੇ ਲੱਗ ਜਾਏ। ਇਹੀ ਗੁੱਡ ਵਿਸ਼ੇਸ ਤਾਂ ਆਹੀ ਹੈਗੀਆਂ। ਹਾਂਜੀ, ਲੰਬੀਆਂ। ਹਾਂ, ਅਸੀਂ ਗੁਰਦੁਆਰੇ ਹੋ ਕੇ ਆਏ ਹਾਂ। ਹਾਂਜੀ ਹਾਂਜੀ, ਠੀਕ ਹੈ ਜੀ। ਹਾਂਜੀ, ਅਸੀਂ ਗੁਰਦੁਆਰੇ ਗਏ ਸੀ, ਉੱਥੋਂ ਆਏ ਹਾਂ। ਹਾਂਜੀ, ਤੇ ਗੁੱਡ ਵਿਸ਼ ਦੇ ਦਿਓ ਉਹਨਾਂ ਨੂੰ। ਬਹੁਤ ਵਧੀਆ ਜੀ, Thank you, ਬਹੁਤ ਵਧੀਆ ਜੀ, thank you, ਬਹੁਤ ਵਧੀਆ। ਮਾਲਕ ਪਰਮਾਤਮਾ ਮਿਹਰ ਕਰੇ ਜੀ, ਉਹਨਾਂ ਨੂੰ ਇਹ ਰੱਬ ਵਾਲੇ ਪਾਸੇ ਲਗਾਏ। ਬਸ ਆਹੀ ਗੁੱਡ ਵਿਸ਼ੇਸ ਹੈਗੀਆਂ। ਵਾਹਿਗੁਰੂ